ਦੋ ਅਸ਼ਟਪਦੀਆਂ ਸੰਪੂਰਨ ਅਰ ਤੀਜੀ ਅਸ਼ਟਪਦੀ ਦੇ ਇੱਕ ਪਦ ਦੀ ਕਥਾ ਆਪਾਂ ਹੁਣ ਤੀਕਰ ਸੰਪੂਰਨ ਸੁਣ ਚੁੱਕੇ ਹਾਂ। ਜਿਹਦੇ ਵਿੱਚ ਮਹਾਰਾਜ ਜੀਆਂ ਥਾਂ ਥਾਂ ਤੇ ਨਾਮ ਦੀ ਮਹਿਮਾ ਦੱਸੀ ਹੈ, ਨਾਮ ਦੀ ਵਡਿਆਈ ਦੱਸੀ ਹੈ, ਨਾਮ ਜਪਣ ਵਾਲਿਆਂ ਨੂੰ ਸੁੱਖ ਦੱਸੇ ਆ ਵੀ ਕਿਹੜੇ ਕਿਹੜੇ ਪ੍ਰਾਪਤ ਹੁੰਦੇ ਆ। ਤੋ ਇਸ ਅਸ਼ਟਪਦੀ ਅੰਦਰ ਮਹਾਰਾਜ ਜੀ ਨਾਮ ਦੀ ਵਡਿਆਈ ਕਰਦੇ ਹੋਏ ਸਾਨੂੰ ਜੀਵਾਂ ਨੂੰ ਦੱਸਦੇ ਆ ਕਿ ਸੰਸਾਰ ਵਿੱਚ ਬੜੇ ਸਾਧਨ ਬਣੇ ਆ, ਪਰ ਨਾਮ ਦੇ ਤੁੱਲ ਕੋਈ ਨਹੀਂ ਹੈ। ਜਿੰਨੇ ਵੀ ਸੰਸਾਰ ਤੇ ਸਾਧਨ ਹਨ ਮੁਕਤੀ ਦੇ ਭੁਗਤੀ ਦੇ, ਸਾਰਿਆਂ ਚੋਂ ਮੁਕਤੀ ਭੁਗਤੀ ਦੇਣ ਵਾਸਤੇ ਸ਼੍ਰੇਸ਼ਟ ਨਾਮ ਦਾ ਰਸਤਾ ਹੈ। ਤੋ ਮਨ ਚਿੱਤ ਬਿਰਤੀਆਂ ਇਕਾਗਰ ਕਰੀਏ, ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਰੂਪ ਗਾਥਾ ਦੇ ਨਾਲ ਜੁੜੀਏ। ਡਿਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਨੂੰ ਦੇਖਣ ਨਾਲ ਉਨੀ ਪ੍ਰਾਪਤੀ ਨਹੀਂ ਜਿੰਨੀ ਵਿਚਾਰ ਸੁਣੇ ਦੀ ਪ੍ਰਾਪਤੀ, ਵਿਚਾਰ ਕੀਤੇ ਦੀ ਪ੍ਰਾਪਤੀ ਹੈ। ਤੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਦੇ ਦਰਸ਼ਨ ਦਿਦਾਰੇ ਕਰਦਿਆਂ ਪਿਛਲੇ ਜਨਮਾਂ ਦੀ ਮੈਲ ਕੱਟੀ ਜਾਂਦੀ ਹੈ। ਪਰ ਅਗਾਂਹ ਵਾਸਤੇ ਜੇ ਮੁਕਤੀ ਭੁਗਤੀ ਦੀ ਦਾਤ ਲੈਣੀ ਹੈ, ਉਹਦੇ ਵਾਸਤੇ ਖਾਲਸਾ ਜੀ ਸਾਨੂੰ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਸਾਨੂੰ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਕਿ ਮਹਾਰਾਜ ਸਾਨੂੰ ਕੀ ਕਹਿ ਕੇ ਗਏ ਹੈ। ਸੱਚੇ ਪਾਤਸ਼ਾਹ ਜੀਆਂ ਇਹ ਗੁਰਬਾਣੀ ਅੰਦਰ ਸਾਨੂੰ ਕੀ ਉਪਦੇਸ਼ ਸਿੱਖਿਆ ਦਿੱਤੀ ਹੈ, ਇਹ ਅਸੀਂ ਜਾਣੀਏ ਸੁਣੀਏ। ਮਨ ਚਿੱਤ ਬਿਰਤੀਆਂ ਇਕਾਗਰ ਕਰੋ। ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਾ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ। ਗੁਰੂ ਗਰੀਬ ਨਿਵਾਜ ਸਤਿਗੁਰੂ ਅਰਜੁਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਦੱਸਦੇ ਹੈ ਨਾਮ ਦੀ ਮਹਿਮਾ ਕੀ ਹੈ, ਵਡਿਆਈ ਕੀ ਹੈ। ਮਹਾਰਾਜ ਦੱਸਦੇ ਹੈ ਕਿ ਪ੍ਰਿਥਵੀ ਦੇ 9 ਖੰਡ ਮੰਨੇ ਗਏ, ਭਾਰਤ ਇਲਾਬ੍ਰਿਤ ਇਸ ਤੋਂ ਆਦਿਕ 9 ਖੰਡ ਪ੍ਰਿਥਵੀ ਦਾ ਫਿਰ ਰਟਨ ਕਰੇ ਕੋਈ ਪ੍ਰਾਣੀ। ਕਿਉਂਕਿ ਕਈਆਂ ਮਤਾਂ ਵਿੱਚ ਇਹ ਮੰਨਿਆ ਹੈ ਕਿ ਮਨੁੱਖਾ ਜਨਮ ਵਿੱਚ ਜਿੰਨੀ ਧਰਤੀ ਦਾ ਅਸੀਂ ਰਟਨ ਕਰਾਂਗੇ, ਜਿੰਨੀ ਪੈਦਲ ਧਰਤੀ ਦੂਰ ਤੱਕ ਅਸੀਂ ਚੱਲ ਲਈਏ, ਦੇਸ਼ਾਂ ਵਿਦੇਸ਼ਾਂ ਵਿੱਚ ਚਲੇ ਜਾਈਏ, ਅਗਲੇ ਜਨਮ ਵਿੱਚ ਸਾਨੂੰ ਓਨੀ ਧਰਤੀ ਦਾ ਰਾਜ ਮਿਲਦਾ। ਇਹ ਸਨਾਤਨ ਮਤ ਅੰਦਰ ਮੰਨਿਆ ਜਾਂਦਾ ਹੈ। ਯੋਗੀ ਲੋਕ ਜ਼ਿਆਦਾ ਮੰਨਦੇ ਹੈ ਵੀ ਜੇ ਅਸੀਂ ਪੈਦਲ ਜਿੰਨਾ ਵੱਧ ਤੁਰਾਂਗੇ, ਜਿੰਨੀ ਦੂਰ ਤੱਕ ਜਾਵਾਂਗੇ, ਓਨੀ ਧਰਤੀ ਦਾ ਰਾਜ ਜਿਹੜਾ ਸਾਨੂੰ ਅਗਲੇ ਜਨਮ ਵਿੱਚ ਮਿਲੇਗਾ। ਤੋ ਸੱਚੇ ਪਾਤਸ਼ਾਹ ਜੀ ਕਹਿੰਦੇ ਚਾਹੇ ਧਰਤੀ ਦੇ 9 ਦੇ 9ਵੇਂ ਖੰਡਾਂ ਉੱਪਰ ਹੀ ਤੁਰਿਆ ਫਿਰੇ, ਬਹੁਤ ਦੂਰ ਤੱਕ ਫਿਰਦਾ ਰਹੇ, ਤੇ ਫਿਰ ਚਿਰ ਜੀਵੀ ਹੋਵੇ। ਚਿਰ ਜੀਵੈ ਕਹਿੰਦੇ ਆ ਜਿਹਦੀ ਉਮਰ ਬਹੁਤੀ ਲੰਮੀ ਹੋਵੇ। ਜੋਗੀ ਲੋਕ ਜਿਹੜੇ ਆ ਉਹ ਸਾਧ ਸੰਗਤ ਜੀ 21,624 ਸਵਾਸ ਲੈਂਦੇ ਆ। ਆਮ ਸਧਾਰਨ ਮਨੁੱਖ ਸਾਡੇ ਵਰਗੇ 24,000 ਸਵਾਸ ਇੱਕ ਦਿਨ 'ਚ ਲੈਂਦੇ ਆ, ਪਰ ਜੋਗੀ 21,624 ਸਵਾਸ ਲੈਂਦਾ। ਔਰ ਅੱਗੇ ਪਿੱਛੇ ਵੀ ਉਹ ਦਸਮ ਦੁਆਰ ਵਿੱਚ ਸਵਾਸ ਨੂੰ ਚੜਾ ਕੇ ਤੇ ਆਪਣੇ ਸਵਾਸਾਂ ਨੂੰ ਬਚਾ ਰੱਖਦਾ। ਇਸ ਤਰ੍ਹਾਂ ਬੜੀ ਲੰਮੀ ਉਮਰ ਜੋਗੀ ਕਰ ਲੈਂਦੇ। 100 200 ਸਾਲ 300 ਸਾਲ ਦੇ ਵੀ ਜੋਗੀ ਹੁੰਦੇ ਆ। ਤੋ ਚਿਰ ਜੀਵੇ, ਲੰਮੀ ਉਮਰ ਦਾ ਵੀ ਬਣ ਜਾਵੇ। ਵੈਸੇ ਤਾਂ ਸਾਧ ਸੰਗ ਦੀ ਲੰਮੀ ਉਮਰ ਕਰਨੀ ਕੀ ਹੈ, ਨਾਮ ਤੋਂ ਬਿਨਾਂ ਉਮਰ ਚਾਹੇ ਥੋੜ੍ਹੀ ਹੋਵੇ,
ਪਰ ਜਿਹੜੀ ਨਾਮ ਵਿੱਚ ਲੰਘ ਜਾਂਦੀ ਹੈ ਉਹਦੀ ਬਰਾਬਰੀ ਲੰਮੀ ਉਮਰ ਵਾਲਾ ਜੋਗੀ ਨਹੀਂ ਕਰਦਾ। ਭਗਤ ਫਰੀਦ ਸਾਹਿਬ ਜੀ ਕਹਿੰਦੇ ਆ ਕਿ ਜੇ ਸੌ ਵਰਿਆ ਜੀਵਣਾ ਵੀ ਤਨ ਹੋਸੀ ਖੇਹ, ਜੇ 100 ਸਾਲ ਵੀ ਜਿਉਣ ਲਈਏ ਅੰਤਲੇ ਸਮੇਂ ਸਰੀਰ ਨੇ ਮਿੱਟੀ ਹੋਣਾ, ਕਿਉਂਕਿ ਹੈ ਹੀ ਮਿੱਟੀ ਦਾ ਬਣਿਆ। ਤੋ ਜਿੰਨਾ ਸਮਾਂ ਸਰੀਰ ਕਰਕੇ ਪ੍ਰਾਣੀ ਹੈ ਚਾਹੀਦਾ ਨਾਮ ਜਪੇ। ਪਰ ਜੇ ਕੋਈ ਇਹ ਮਤਾਂ ਨੂੰ ਮੰਨੇ, ਪਰਮੇਸ਼ਰ ਦੀ ਪ੍ਰਾਪਤੀ ਵਾਸਤੇ 9 ਖੰਡਾਂ ਦੀ ਪ੍ਰਿਥਵੀ ਰਟਦਾ ਰਹੇ, ਪ੍ਰਿਥਵੀ ਦੇ 9 ਖੰਡਾਂ ਵਿੱਚ ਤੁਰਦਾ ਫਿਰਦਾ ਰਹੇ, ਚਿਰ ਜੀਵੈ ਲੰਮੀ ਉਮਰ ਵਾਲਾ ਬਣ ਜਾਵੇ, ਵੱਡਾ ਉਮਰ ਦਾ ਜੋਗੀ ਚਿਰਜੀਵੀ ਵੀ ਬਣ ਜਾਵੇ। ਮਹਾ ਉਦਾਸ ਤਪੀਸਰ ਥੀਵੈ, ਤੇ ਮਹਾਨ ਉਦਾਸੀ ਬਣ ਜਾਵੇ। ਉਦਾਸੀ ਕਹਿੰਦੇ ਆ ਉਦਾਸ ਹੋ ਜਾਣਾ, ਸਾਰੇ ਘਰ-ਬਾਰ ਤਿਆਗ ਕੇ ਉਦਾਸ ਬਣ ਜਾਣਾ, ਮਨ ਦੀ ਚਿੱਤ ਦੀ ਬਿਰਤੀ ਨੂੰ ਸੰਸਾਰ ਤੋਂ ਉਪਰਾਮ ਕਰ ਲੈਣਾ। ਗ੍ਰਹਿਓ ਤਜ ਬਾਨ ਖੰਡ ਜਾਈਐ, ਚੁਨ ਖਾਈਐ ਕੰਦਾ। ਭਰਤਰੀ ਜੋਗੀ ਵਰਗੇ ਜਿਹੜੇ ਆਪਣੇ ਪਰਿਵਾਰ ਤੋਂ ਉਦਾਸ ਹੋਏ, ਇਹੋ ਜਿਹਾ ਵੀ ਬਣ ਰਵੇ। ਭਰਤਰੀ ਜਿਹੜਾ ਰਾਜਾ ਹੈ ਸਾਧ ਸੰਗਤ ਜੀ, ਇਹ ਰਾਜੇ ਬਿਕਰਮਾਜੀਤ ਦਾ ਦਾਸ ਦੇ ਭਰਾਤਾ ਹੋਇਆ। ਤੋ ਇਹ ਭਰਤਰੀ ਰਾਜਾ ਬੜਾ ਧਰਮੀ ਰਾਜਾ ਸੀ। ਇੱਕ ਇਹਦੇ ਰਾਜ ਵਿੱਚ ਕੋਈ ਸਾਧੂ ਤਪ ਕਰਿਆ ਕਰੇ, ਉਹਨੇ ਬਹੁਤ ਤਪ ਕੀਤਾ। ਸਾਧੂ ਨੇ ਬੰਦਗੀ ਸਾਧੀ, ਸਾਧਦਿਆਂ ਪਰਮੇਸ਼ਰ ਪ੍ਰਗਟ ਹੋਏ। ਇਹ ਸਾਧੂ ਭਗਵਾਨ ਸ਼ਿਵ ਦਾ ਉਪਾਸ਼ਕ ਸੀ। ਸ਼ਿਵ ਭਗਵਾਨ ਨੇ ਇਹਨੂੰ ਇੱਕ ਅਮਰ ਫਲ ਦਿੱਤਾ ਸਾਧੂ ਨੂੰ ਕਿ ਲੈ ਮਹਾਂਪੁਰਸ਼ਾ ਛਕ ਲਓ ਔਰ ਲੰਮੀ ਉਮਰ ਭੋਗੋਗੇ। ਉਹ ਸਾਧੂ ਨੇ ਅੰਮ੍ਰਿਤ ਫਲ ਲੈ ਕੇ ਵਿਚਾਰ ਕੀਤੀ ਕਿ ਸਾਨੂੰ ਇਹਦੀ ਕੋਈ ਬਹੁਤੀ ਜ਼ਰੂਰਤ ਨਹੀਂ, ਜਿੰਨੀ ਛੇਤੀ ਮਰਾਂਗੇ ਪਰਮੇਸ਼ਰ ਵਿੱਚ ਲੀਨ ਹੋਵਾਂਗੇ, ਕਿਉਂਕਿ ਕਿਸੇ ਪੂਰਨ ਸਾਧੂ ਨੂੰ ਖਾਲਸਾ ਲੰਮੀ ਉਮਰ ਦੀ ਕੋਈ ਇੱਛਾ ਨਹੀਂ ਹੁੰਦੀ। ਫਿਰ ਉਹਨੇ ਵਿਚਾਰਿਆ ਵੀ ਆਪਣੇ ਦੇਸ਼ ਦਾ ਇੱਥੋਂ ਦਾ ਰਾਜਾ ਜਿਹੜਾ ਭਰਤਰੀ ਹੈ, ਬੜਾ ਧਰਮੀ ਰਾਜ ਹੈ, ਇਹੋ ਜਿਹੇ ਰਾਜੇ ਨੂੰ ਇਹ ਫਲ ਦੇਣਾ ਚਾਹੀਦਾ ਤਾਂ ਕਿ ਪ੍ਰਜਾ ਲੰਮੇ ਸਮੇਂ ਤੱਕ ਸੁੱਖ ਭੋਗ ਸਕੇ। ਉਹ ਮਹਾਤਮਾ ਨੇ ਉਹ ਫਲ ਜਿਹੜਾ ਸੀ ਅੰਮ੍ਰਿਤ ਫਲ ਰਾਜੇ ਭਰਤਰੀ ਨੂੰ ਦਿੱਤਾ। ਰਾਜੇ ਭਰਤ ਦੀ ਤੇ ਘਰ ਰਾਣੀਆਂ ਤਾਂ ਸਨ, ਪਰ ਇਹ ਸਾਰੀਆਂ ਤੋਂ ਛੋਟੀ ਰਾਣੀ ਨੂੰ ਬੜਾ ਪ੍ਰੇਮ ਕਰਦਾ ਹੈ ਰਾਜਾ ਭਰਤਰੀ। ਇਹਨੇ ਵਿਚਾਰ ਕੀਤੀ ਵੀ ਚਲੋ ਵਿਸ਼ੇ ਭੋਗਣ ਦਾ ਲਾਲਸਾ ਕਾਰਨ ਨੇ ਉਹ ਅਮਰ ਫਲ ਜਿਹੜਾ ਹੈ ਛੋਟੀ ਰਾਣੀ ਨੂੰ ਦਿੱਤਾ। ਛੋਟੀ ਰਾਣੀ ਨੇ ਅਮਰ ਫਲ ਰੱਖਿਆ, ਖਾਧਾ ਉਹਨੇ ਵੀ ਨਾ, ਕਿਉਂਕਿ ਛੋਟੀ ਰਾਣੀ ਰਾਜੇ ਭਰਤ ਦੀ ਜੋ ਪਤੀ ਦੇ ਅੱਖਾਂ ਵਿੱਚ ਘੱਟਾ ਪਾ ਰਾਜੇ ਭਰਤਰੀ ਦੇ ਹਥਵਾਣ ਦੇ ਨਾਲ, ਜਿਹਦਾ ਮਨ ਕਰਕੇ ਮੈਲਾ ਸੰਬੰਧ ਹੈ, ਇਹ ਰਾਣੀ ਛੋਟੀ ਨੇ ਉਹ ਫਲ ਵਿਸ਼ੇ ਭੋਗਣ ਦੀ ਲਾਲਸਾ ਨਾਲ ਭਰਤਰੀ ਰਾਜੇ ਦੇ ਹਥਵਾਣ ਨੂੰ ਦਿੱਤਾ, ਜਿਹੜਾ ਹਾਥੀ ਚਲਾਉਂਦਾ। ਉਹ ਹਥਵਾਣ ਜਿਹੜਾ ਸੀ ਉਹ ਅੱਗੇ ਕਿਤੇ ਵੇਸਵਾ ਦੇ ਕੋਠੇ ਉੱਪਰ ਜਾਂਦਾ ਸੀ। ਸਾਰੇ ਹੈ ਵਿਸ਼ੇ ਦੇ ਲਾਲਸੀ। ਉਹ ਹਥਵਾਣ ਹਾਥੀ ਚਲਾਉਣ ਵਾਲੇ ਨੇ ਅਮਰ ਫਲ ਕੋਠੇ ਦੀ ਵੇਸਵਾ ਨੂੰ ਦਿੱਤਾ। ਵੇਸਵਾ ਨੇ ਅਮਰ ਫਲ ਰੱਖਿਆ, ਖਾਣ ਲੱਗੀ ਖਿਆਲ ਆਇਆ ਵੀ ਮਨਾ ਸਾਰੀ ਉਮਰ ਕੋਈ ਚੱਜ ਦਾ ਕੰਮ ਤੇ ਕੀਤਾ ਨਹੀਂ, ਤੇ ਅਮਰ ਫਲ ਖਾ ਕੇ ਵੀ ਵਿਸ਼ੇ ਭੋਗਣੇ ਆ, ਕੀ ਲਾਭ, ਕਿਉਂਕਿ ਉਹ ਵਿਸ਼ੇ ਭੋਗ ਅੱਕ ਚੁੱਕੀ ਸੀ। ਇਸੇ ਵੇਸ਼ਵਾ ਦੇ ਦਰ ਦੇ ਕੋਲ ਹੀ ਇਸੇ ਪਿੰਡ ਵਿੱਚ ਸਾਧੂ ਭਗਤੀ ਕਰਦਾ ਸੀ ਜਿਹਨੂੰ ਪਹਿਲਾਂ ਫਲ ਮਿਲਿਆ। ਉਹ ਵੇਸਵਾ ਨੇ ਉੱਠੀ ਵੀ ਆਖਿਆ ਚਲੋ ਮਹਾਤਮਾ ਨੂੰ ਫਲ ਦਿੰਦੇ ਆ, ਇਹ ਖਾ ਕੇ ਇਹਦੀ ਉਮਰ ਲੰਮੀ ਹੋ ਜਾਵੇਗੀ।
ਔਰ ਇਹ ਭਗਤੀ ਕਰਦਾ, ਬੰਦਗੀ ਹੋਰ ਕਰੇਗਾ, ਸੰਸਾਰ ਨੂੰ ਸੁੱਖ ਹੋਵੇਗਾ। ਉਹ ਵੇਸਵਾ ਉੱਠੀ ਤੇ ਉਹ ਸਾਧੂ ਦੇ ਪਾਸ ਜਾ ਕੇ ਬੇਨਤੀ ਕੀਤੀ, ਲਓ ਮਹਾਰਾਜ ਅਮਰ ਫਲ ਖਾਓ ਤੇ ਲੰਮੀ ਉਮਰ ਚਿਰ ਜੀਵੇ ਹੋ ਜਾਓਗੇ, ਲੰਮੀ ਉਮਰ ਹੋਵੇਗੀ। ਉਹ ਜਦੋਂ ਵੇਖਿਆ ਉਹ ਮਹਾਤਮਾ ਫਲ, ਹੁਣ ਅਮਰ ਫਲ ਮਹਾਤਮਾ ਕੋਲ ਹੀ ਗਿਆ ਸਾਰਿਆਂ ਪਾਸ, ਪਹਿਲਾਂ ਰਾਜੇ ਨੂੰ ਦਿੱਤਾ। ਮਹਾਤਮਾ ਗਿਆ ਸਿੱਧਾ ਰਾਜੇ ਕੋਲ, ਕਹਿੰਦਾ ਰਾਜਨ ਮੈਂ ਇੰਨੀ ਬੰਦਗੀ ਕਰਕੇ ਅਮਰ ਫਲ ਲਿਆ ਹੈ, ਅਮਰ ਫਲ ਦੀ ਮੈਨੂੰ ਪ੍ਰਾਪਤੀ ਹੋਈ ਹੈ, ਤੇ ਤੂੰ ਇਹ ਐਡਾ ਬੇਸ਼ਕੀਮਤੀ ਫਲ ਵੇਸਵਾ ਨੂੰ ਦੇ ਦਿੱਤਾ। ਉਹ ਰਾਜਾ ਕਹਿੰਦਾ ਨਹੀਂ, ਮੈਂ ਵੇਸਵਾ ਨੂੰ ਨਹੀਂ ਦਿੱਤਾ, ਮੈਂ ਤਾਂ ਛੋਟੀ ਰਾਣੀ ਨੂੰ ਦਿੱਤਾ। ਜਦੋਂ ਰਾਣੀ ਨੂੰ ਤਾੜ ਕੇ ਪੁੱਛਿਆ, ਰਾਣੀ ਨੇ ਸਭ ਸੱਚ ਦੱਸ ਦਿੱਤਾ ਵੀ ਮੈਂ ਸਬੰਧ ਕਾਰਨ ਇਹ ਹਥਵਾਨ ਤੇਰਾ ਜਿਹੜਾ ਹਾਥੀ ਚਲਾਉਂਦਾ ਹੈ ਨਾ, ਉਹਨੂੰ ਦੇ ਦਿੱਤਾ ਸੀ ਅਮਰ ਫਲ। ਉਹ ਹਥਵਾਨ ਨੂੰ ਜਦੋਂ ਕੁੱਟਿਆ, ਪੁੱਛਿਆ, ਮਾਰਿਆ, ਉਹ ਆਂਦਾ ਮੈਂ ਵੇਸਵਾ ਨੂੰ ਦੇ ਦਿੱਤਾ ਸੀ, ਕਿਉਂ ਮੈਂ ਵੇਸਵਾ ਦੇ ਕੋਠੇ ਤੇ ਜਾਂਦਾ ਸਾਂ। ਵੇਸਵਾ ਨੇ ਫਿਰ ਸਾਧੂ ਨੂੰ ਦੇ ਦਿੱਤਾ। ਜਦੋਂ ਸੱਚ ਪਤਾ ਚੱਲਿਆ, ਰਾਜਾ ਭਰਤਰੀ ਬੜਾ ਵੈਰਾਗੀ ਹੋਇਆ ਵੀ ਵੇਖ ਮੇਰੀ ਰਾਣੀ, ਮੈਂ ਕਿੰਨਾ ਪ੍ਰੇਮ ਕਰਦਾ, ਤੈਨੂੰ ਵਿਆਹ ਕੇ ਲਿਆਇਆ, ਇੱਥੇ ਰਾਜ ਮਹਿਲ ਅੰਦਰ ਤੈਨੂੰ ਸਾਰੇ ਸੁੱਖ ਭੋਗ ਦਿੱਤੇ ਆ, ਕਿੰਨੀਆਂ ਤੈਨੂੰ ਸੇਵਕੀਆਂ ਦਾਸੀਆਂ ਦਿੱਤੀਆਂ, ਪੁੰਜੇ ਪੈਰ ਨਹੀਂ ਲਾਉਣ ਦਿੱਤਾ, ਫੇਰ ਵੀ ਤੈਨੂੰ ਮੇਰੇ ਤੇ ਪ੍ਰੇਮ ਤੇ ਭਰੋਸਾ ਨਾ ਆਇਆ, ਮੇਰੇ ਨਾਲ ਤੂੰ ਦਰੋਹ ਕੀਤਾ ਤੇ ਮੇਰੇ ਹਥਵਾਨ ਹਾਥੀ ਚਲਾਉਣ ਵਾਲੇ ਨਾਲ ਸੰਬੰਧ ਰੱਖਿਆ। ਫਿਰ ਰਾਜੇ ਨੇ ਇਹ ਵੀ ਲਾਹਣਤ ਪਾਈ ਹਥਵਾਨ ਨੂੰ ਵੀ ਤੂੰ ਮੇਰਾ ਨਮਕ ਖਾਂਦਾ ਸੈਂ, ਮੇਰੇ ਘਰੇ ਨੌਕਰੀ ਕਰਦਾ ਸੈਂ, ਤੂੰ ਚੰਗਾ ਨਾ ਕੀਤਾ। ਤੂੰ ਵੇਸਵਾ ਨੂੰ ਫਿਰ ਅੱਗੇ ਫੜ ਦਿੱਤਾ। ਉਹ ਵੇਸਵਾ ਨੂੰ ਵੀ ਰਾਜ ਨੇ ਇਸ ਤਰ੍ਹਾਂ ਲਾਹਣਤਾਂ ਪਾਈਆਂ। ਉਹ ਰਾਜਾ ਭਰਤਰੀ ਜਿਹੜਾ ਨਾ, ਸਾਧ ਸੰਗਤ ਜੀ, ਇਹ ਵੈਰਾਗੀ ਹੋ ਗਿਆ ਸੀ, ਇਹਨੇ ਸਾਰਾ ਰਾਜ ਭਾਗ ਛੱਡ ਦਿੱਤਾ ਸੀ। ਜਦੋਂ ਪਰਿਵਾਰ ਦਾ ਸੱਚ ਸਾਹਮਣੇ ਆਇਆ, ਵੇਖਿਆ ਵੀ ਮਣਾ ਤੇਰਾ ਕੋਈ ਵੀ ਨਹੀਂ, ਰੇ ਮਨ ਤੇਰੋ ਕੋਈ ਨਹੀਂ, ਖਿੰਚ ਲੈ ਜਿਨ ਭਾਰ, ਜਿਨ੍ਹਾਂ ਦਾ ਭਾਰ ਗਧਾ ਬਣ ਕੇ ਦਿਨ ਰਾਤ ਢੋਨਾ ਹੈ, ਇਹਨਾਂ 'ਚ ਤਾਂ ਤੇਰਾ ਕੋਈ ਨਹੀਂ ਹੈ। ਇਹ ਉਦਾਸੀ ਭਾਵ ਉਪਰਾਮ ਹੋ ਗਿਆ ਸੀ, ਜੋਗੀ ਬਣ ਗਿਆ ਸੀ, ਗੋਰਖਨਾਥ ਦਾ ਚੇਲਾ ਬਣਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਤੁਸੀਂ ਕਥਾ ਸੁਣੀ ਹੈ ਨਾਨਕ ਪ੍ਰਕਾਸ਼ ਦੀ। ਇਤਿਹਾਸ ਦੱਸਦਾ ਹੈ ਵੀ ਭਰਤਰ ਜੋਗੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਭ ਤੋਂ ਪਹਿਲਾਂ ਦਰਸ਼ਨ ਕੀਤੇ ਸੀ ਜੋਗੀਆਂ ਵਿੱਚੋਂ। ਇਹਨੇ ਇੱਕ 100 ਸਲੋਕੀ ਪੁਸਤਕ ਲਿਖੀ ਹੈ ਜਿਸ ਦਾ ਨਾਮ ਵਿਰਾਗ ਸ਼ਤਕ ਹੈ। ਇਹ ਰਾਜਾ ਭਰਤਰੀ ਵਿਰਾਗੀ ਹੋਇਆ, ਪਰਿਵਾਰ ਤੋਂ ਉਪਰਾਮ ਹੋ ਕਰਕੇ ਘਰ ਛੱਡ ਗਿਆ। ਪਰ ਘਰ ਛੱਡਣ ਨਾਲ ਰੱਬ ਮਿਲਿਆ ਨਹੀਂ। ਤੋ ਮਹਾਰਾਜ ਕਹਿੰਦੇ ਚਾਹੇ ਕੋ ਮਹਾਨ ਉਦਾਸ ਹੋ ਜਾਵੇ, ਉਪਰਾਮ ਤਪੀਸਰ ਥੀਵੈ, ਵੱਡਾ ਤਪੀਆਂ ਦਾ ਈਸ਼ਵਰ ਬਣ ਜਾਵੇ। ਜਿਵੇਂ ਮਸ਼ਿੰਦਰ ਨਾਥ ਗਾਂ ਗੋਰਖ ਦਾ ਵੀ ਚੇਲਾ ਸੀ, ਬੜਾ ਵੱਡਾ ਤਪੀ, ਸਾਰੀ ਉਮਰ ਬੜੇ ਸਾਲਾਂ ਤੱਕ ਸਾਧਨਾ ਸਾਧਨ ਵਾਲਾ ਤਪੀਸ਼ਰ ਥੀਵੈ, ਕਹੀਏ ਟਿਕ ਬਵੇ ਬਣ ਜਾਵੇ। ਅਗਨ ਮਾਹੇ ਹੋਮਤ ਪ੍ਰਾਨ, ਤੇ ਅੱਗ ਦੇ ਵਿੱਚ ਹਵਨ ਕਰ, ਪ੍ਰਾਣਾਂ ਨੂੰ ਕੱਟ ਕੇ ਵਿੱਚ ਭਾਵ ਕੇ ਅੱਗ ਬਾਲ ਕੇ ਹਵਨ ਦੇ ਕੁੰਡ ਵਿੱਚ ਛਾਲ ਮਾਰ ਕੇ ਵੀ ਮਰ ਜਾਵੇ, ਚਾਹੇ ਆਪਣੇ ਪ੍ਰਾਣਾਂ ਦੀ ਆਹੂਤੀ ਹਵਨ ਕੁੰਡ ਵਿੱਚ ਛਾਲ ਮਾਰ ਕੇ ਦੇ ਦੇਵੇ। ਕਨਿਕ ਅਸਵ ਹੈਬਰ ਭੂਮ ਦਾਨ, ਹੈਬਰ ਤੇ ਵਿਸ਼ਰਾਮ ਹੈ, ਕਨਕ ਅਸਵ, ਚਲੋ ਹੈਬਰ ਭੂਮ ਦਾਨ। ਤੋ ਕਨਕ ਸੋਨੇ ਦੇ, ਅਸਵ ਘੋੜੇ। ਇੱਥੇ ਅਸਵ ਦਾ ਅਰਥ ਵੀ ਘੋੜਾ ਹੀ ਹੈ ਤੇ ਹੈਬਰ ਦਾ ਅਰਥ ਵੀ ਘੋੜਾ ਹੀ ਹੁੰਦਾ, ਦੋ ਵਾਰੀ ਘੋੜੇ ਦਾ ਇਹ ਵਾਚਕ ਸ਼ਬਦ ਆਇਆ ਹੈ। ਕਨਕ ਅਸਵ, ਇਹਦਾ ਅਰਥ ਇਉਂ ਕਰੀਏ ਕਿ ਸੋਨੇ ਦੇ ਘੋੜੇ ਦਾਨ ਕਰੀ ਜਾਵੇ। ਚਾਹੇ ਹੈਬਰ ਜਿਹੜੇ ਆਮ ਆ ਘੋੜੇ ਹੁੰਦੇ ਅਰਬੀ ਨਸਲ ਦੇ, ਇਹ ਘੋੜੇ ਸੱਚਮੁੱਚ ਦੇ ਘੋੜੇ ਵੀ ਦਾਨ ਕਰੇ। ਚਾਹੇ ਸੱਚਮੁੱਚ ਦੇ ਘੋੜੇ ਜਿਉਂਦੇ ਜਾਗਦੇ ਦਾਨ ਕਰੇ, ਚਾਹੇ ਸੋਨੇ ਦੇ ਘੋੜੇ ਬਣਾ ਕੇ ਦਾਨ ਕਰੇ। ਭੂਮ ਦਾਨ, ਚਾਹੇ ਧਰਤੀ ਸਾਰੀ ਦਾਨ ਕਰ ਦੇਵੇ, ਜਿੰਨੀ ਜ਼ਮੀਨ ਜਾਇਦਾਦ ਹੈ
ਉਹ ਵੀ ਦਾਨ ਦੇ ਦੇਵੇ। ਨਿਉਲੀ ਕਰਮ ਕਰੈ ਬਹੁ ਆਸਨ। ਤੇ ਨਿਉਲੀ ਕਰਮ ਕਰੇ। ਜੋਗੀ ਨਦੀ ਦੇ ਕਿਨਾਰੇ ਬੈਠ ਕੇ ਉਹ ਸਰੀਰ ਨੂੰ ਐਨ ਪੂਰੀ ਕਸ ਦੇ ਕੇ, ਜਿਵੇਂ ਪਦਮ ਆਸਣ ਲਾਉਂਦੇ ਆ, ਲਾ ਕੇ ਪੇਟ ਦੀਆਂ ਅੰਤੜੀਆਂ ਨੂੰ ਫਿਰ ਇਉਂ ਹਿਲਾਉਂਦੇ ਜਿਵੇਂ ਮਧਾਣੀ ਰਿੜਕਦੇ ਆ। ਪੇਟ ਦੀਆਂ ਅੰਤੜੀਆਂ ਹਿਲਾ 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 ਕੇ ਉਹਨਾਂ ਨੂੰ ਸਾਫ਼ ਕਰਦੇ ਆ। ਇਹਨਾਂ ਨੂੰ ਨਿਉਲੀ ਕਰਮ ਕਹਿੰਦੇ ਆ। ਚਾਹੇ ਮਹਾਰਾਜ ਕਹਿੰਦੇ ਨਿਉਲੀ ਕਰਮ ਵੀ ਕਰੇ, ਬਹੁ ਆਸਣ ਤੇ ਬਹੁਤੇ ਆਸਣ, 84 ਜਿਹੜੇ ਆਸਣ ਮੰਨੇ ਆ ਜੋਗੀਆਂ ਦੇ, 84 ਆਸਣ ਵੀ ਜਾਂ ਹੋਰ ਬੇਅੰਤ ਆਸਣ ਲਾਉਂਦਾ ਫਿਰੇ। ਜੈਨ ਮਾਰਗ ਸੰਜਮ ਅਤ ਸਾਧਨ। ਤੇ ਚਾਹੇ ਪ੍ਰਾਣੀ ਜੈਨੀਆਂ ਦਾ ਮਾਰਗ ਧਾਰਨ ਕਰ ਲਵੇ, ਜਿਹਦੇ ਵਿੱਚ ਅਤ ਦੀ ਸਾਧਨਾ ਹੈ ਤੇ ਸੰਜਮ ਰੱਖੀਦਾ। ਜਿਹੜਾ ਜੈਨ ਧਰਮ ਹੈ, ਜੈਨੀ ਲੋਕ ਹੈ, ਉਹ ਖਾਲਸਾ ਜੀ ਮੂੰਹ ਤੇ ਪੱਟੀ ਬੰਨ੍ਹ ਕੇ ਰੱਖਦੇ ਆ, ਕਹਿੰਦੇ ਆ ਬਹੁਤ ਸੰਜਮ ਰੱਖਦੇ। ਉਹ ਸਭ ਤੋਂ ਵੱਡਾ ਪਾਪ ਜੀਵ ਹਿੰਸਾ ਨੂੰ ਮੰਨਦੇ ਆ, ਜੀਵ ਮਾਰਨ ਦੇ ਪਾਪ ਨੂੰ। ਜੈਨੀ ਲੋਕ ਜਿਹੜੇ ਆ ਜੈਨ ਧਰਮ ਦੇ, ਮੂੰਹ ਤੇ ਪੱਟੀ ਬੰਨ੍ਹ ਕੇ ਰੱਖਦੇ ਆ ਵੀ ਅਸੀਂ ਸਾਹ ਲਈਏ ਕਿਤੇ ਜੀਵ ਸਾਡੇ ਅੰਦਰ ਨਾ ਚਲਾ ਜਾਵੇ। ਪੈਰਾਂ ਤੇ ਵੀ ਪੱਟੀਆਂ ਲਪੇਟ ਕੇ ਰੱਖਦੇ ਆ, ਨੰਗੇ ਪੈਰ ਹੀ ਰਹਿੰਦੇ ਆ, ਫਿਰ ਪਾਣੀ ਪੁਣ ਕੇ ਪੀਂਦੇ ਆ। ਇਸ ਤਰ੍ਹਾਂ ਦੇ ਬੜੇ ਉਹ ਕਰਮ ਕਾਂਡ ਸੰਜਮ ਜੀ ਰੱਖਦੇ ਆ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆਤ ਦੀ ਬਹੁਤੀ ਸਾਧਨਾ ਕਰੇ, ਸੰਜਮ ਰੱਖੇ, ਜੈਨੀਆਂ ਦੇ ਮਾਰਗ ਤੇ ਚੱਲੇ। ਚਾਹੇ ਕੋਈ ਜੈਨੀਆਂ ਵਾਂਗੂ ਬੜੇ ਡਾਢੇ ਕਰੜੇ ਸੰਜਮ ਰੱਖੇ, ਮੂੰਹ ਤੇ ਪੱਟੀਆਂ ਲਪੇਟੇ, ਉਹ ਇੱਕ ਸੂਤ ਦਾ ਝਾੜੂ ਰੱਖਦੇ ਆਪਦੇ ਨਾਲ, ਜਿੱਥੇ ਬਹਿੰਦੇ ਆ ਉਹ ਮਾਰ ਕੇ ਨਾ ਪਾਸੇ ਕਰਕੇ ਫੇਰ ਬਹਿੰਦੇ ਆ। ਕਹਿੰਦੇ ਆ ਕਿ ਸੂਖਸ਼ਮ ਜੀਵ ਕਿਤੇ ਸਾਡੇ ਥੱਲੇ ਆ ਕੇ ਮਰ ਗਏ, ਉਹਨਾਂ ਦੀ ਹੱਤਿਆ ਦਾ ਪਾਪ ਸਾਡੇ ਸਿਰ ਆਵੇਗਾ। ਇਸ ਤਰ੍ਹਾਂ ਦੇ ਜੇ ਕੋਈ ਬਹੁਤੇ ਸੰਜਮ ਸਾਧਨ ਕਰੜੇ ਕਰਦਾ ਰਹੇ। ਨਿਮਖ ਨਿਮਖ ਕਰ ਸਰੀਰ ਕਟਾਵੈ। ਜੇਕਰ ਨਿਮਖ ਜਦੋਂ ਆਪਾਂ ਅੱਖ ਮੀਚਦੇ ਬੰਦ ਕਰਦੇ ਹਾਂ, ਅੱਖਾਂ ਦੀਆਂ ਪਲਕਾਂ ਦੇ ਵਿੱਚ ਸਾਧ ਸੰਗਤ ਜੀ ਜਿਹੜਾ ਮਾੜਾ ਜਿਹਾ ਥਾਂ ਰਹਿ ਜਾਂਦਾ, ਇਹਨੂੰ ਨਿਮਖ ਆਖਦੇ। ਨਿਮਖ ਐਨਾ ਵੀ ਤਿਲ ਤਿਲ ਕਰਕੇ ਸਰੀਰ ਵੀ ਚਾਹੇ ਕਟਾ ਦੇਵੇ, ਦਾਨ ਕਰ ਦੇਵੇ ਕਟਾ ਕੇ। ਤਾਪੀ ਹਮੈ ਮੈਲ ਨ ਜਾਵੈ। ਤੋ ਮਹਾਰਾਜ ਗਾਲਾ ਕਹਿਣੀ ਚਾਹੁੰਦੇ ਆ ਵੀ ਚਾਹੇ 9 ਖੰਡਾਂ ਦੀ ਪ੍ਰਿਥਵੀ ਤੇ ਫਿਰੀ ਜਾਵੇ, ਲੰਮੀ ਉਮਰ ਦਾ ਹੋ ਜਾਵੇ, ਸਾਧੂ ਉਦਾਸ ਹੋ ਜਾਵੇ, ਤਪੀਸਰ ਬਣੇ, ਅੱਗ ਵਿੱਚ ਆਪਦਾ ਸਰੀਰ ਸਾੜ ਦੇਵੇ, ਸੋਨੇ ਦੇ ਘੋੜੇ ਅਰਬੀ ਨਸਲ ਦੇ ਘੋੜੇ ਧਰਤੀ ਦਾਨ ਕਰੇ, ਨਿਉਲੀ ਕਰਮ ਕਰੇ, ਜੈਨੀ ਬਣ ਜਾਵੇ, ਸਰੀਰ ਕੱਟ ਕੇ ਵੀ ਦਾਨ ਕਰ ਦੇਵੇ, ਪਰ ਮਰ ਕਹਿੰਦੇ ਤੌਪ ਹੀ ਹਉਮੈ ਮੈਲ ਨਾ ਜਾਵੈ। ਤਾਂ ਵੀ ਸਾਧ ਸੰਗਤ ਜੀ ਹਉਮੈ ਦੀ ਮੈਲ ਜਾਂਦੀ ਨਹੀਂ। ਦਾਨ ਕਰਕੇ ਵੀ ਸਾਡੇ ਮਨ ਵਿੱਚ ਮੈਂ ਕੀਤਾ ਰਹਿੰਦੀ ਹੈ। ਆਪਾਂ ਇੱਥੇ ਵੀ ਵੇਖੋ ਗੁਰੂ ਘਰ ਵਿੱਚ ਚੀਜ਼ ਦੇ ਦਿੰਦੇ ਹਾਂ, ਮਹਾਰਾਜ ਨੂੰ ਪਹਿਲੀ ਗੱਲ ਕਦੇ ਵੀ ਨਹੀਂ ਕਹਿਣਾ ਅਸੀਂ ਗੁਰੂ ਘਰ ਦਾਨ ਕੀਤਾ। ਇੱਥੇ ਦਾਨ ਅਕਸਰ ਹੀ ਵੇਖੀਦਾ, ਆਪਾਂ ਸ਼ਬਦ ਵਰਤਦੇ ਹਾਂ, ਵਸਤੂ ਫਲਾਣੇ ਨੇ ਦਾਨ ਕੀਤੀ। ਗੁਰੂ ਨੂੰ ਭੇਂਟ ਹੁੰਦੀ, ਦਾਨ ਨਹੀਂ ਹੁੰਦੀ। ਗੁਰੂ ਘਰ ਵਿੱਚ ਕਦੇ ਵੀ ਖਾਲਸਾ ਜੀ ਕੋਈ ਵਸਤੂ ਦਾਨ ਨਹੀਂ, ਦਾਨ ਹੁੰਦਾ ਛੋਟੇ ਨੂੰ ਕੀਤਾ ਹੋਇਆ। ਹੁਣ ਮਹਾਰਾਜ ਤਾਂ ਸਾਧ ਸੰਗਤ ਸਭ ਤੋਂ ਵੱਡੇ ਆ। ਆਪਾਂ ਮਹਾਰਾਜ ਨੂੰ ਭੇਟ ਵੀ ਕੁਝ ਨਹੀਂ ਕਰ ਸਕਦੇ ਜੇ ਵਾਸਤਵ ਵਿੱਚ ਵੇਖੀਏ, ਕਿਉਂਕਿ ਤੇਰਾ ਕੀਆ ਤੁਝ ਹੈ ਕਿਆ ਅਰਪਾ। ਮਾਇਆ ਕਿਹਦੀ ਬਣਾਈ ਹੈ? ਪਰਮੇਸ਼ਰ ਦੀ। ਤੇ ਪਰਮੇਸ਼ਰ ਨੂੰ ਆਪਾਂ ਕਿਵੇਂ ਮਾਇਆ ਭੇਂਟ ਕਰ ਸਕਦੇ ਹਾਂ, ਕਿਉਂਕਿ ਬਣਾਈ ਉਹਦੀ ਹੈ। ਤੁਹਾਡੀ ਬਣੀ ਹੋਈ ਚੀਜ਼ ਕੋਈ ਲਵੇ, ਤੁਹਾਥੋਂ ਲੈ ਕੇ ਤੁਹਾਨੂੰ ਆਖੇ ਲੈ ਮੈਂ ਤੈਨੂੰ ਦੇਣਾ, ਤੇਰੇ ਤੇ ਉਪਕਾਰ ਕਰਦਾ, ਲੈ ਤੈਨੂੰ ਤੇਰੇ ਭਲੇ ਵਜੋਂ ਫਲਾਣੀ ਵਸਤੂ ਮੈਂ ਤੈਨੂੰ ਦਿੱਤੀ, ਤੇ ਆਪਾਂ ਆਖਾਂਗੇ ਵੀ ਮੈਥੋਂ ਤਾਂ ਲਈ ਆ ਤੂੰ, ਮੇਰੇ ਤੋਂ ਲੈ ਕੇ ਮੈਨੂੰ ਤੂੰ ਕੀ ਦੇਵੇਂਗਾ। ਇਸ ਤਰ੍ਹਾਂ ਖਾਲਸਾ ਜੀ ਆਪਾਂ ਪਰਮੇਸ਼ਰ ਨੂੰ ਦੇ ਕੁਝ ਨਹੀਂ ਸਕਦੇ। ਪਰ ਜਿਹੜੀ ਹਉਮੈ ਛੁੱਟਦੀ ਨਹੀਂ, ਹਉਮੈ ਦੀਰਘ ਰੋਗ ਹੈ, ਇਹ ਲੰਮਾ ਸਮਾਂ ਰਹਿਣ ਵਾਲਾ ਰੋਗ ਹੈ, ਬੜਾ ਔਖਾ ਛੁੱਟਦਾ। ਤੇ ਹਉਮੈ ਦੇ ਕਾਰਨ ਹੀ ਆਪਾਂ ਨੂੰ ਜੰਮਣ ਮਰਨਾ। ਤੋ ਮਹਾਰਾਜ ਕਹਿੰਦੇ ਜੋ ਮਰਜ਼ੀ ਕਰੀ ਜਾਵੇ, ਜਿੰਨੇ ਮਰਜ਼ੀ ਸਾਧਨ ਕਰੇ,
ਪਰ ਹਉਮੈ ਦੀ ਮੈਲ ਛੁੱਟਦੀ ਨਹੀਂ। ਹਉਮੈ ਦੀ ਮੈਲ ਇਹਦਾ ਖੜਾ ਨਹੀਂ ਛੱਡਦੀ। ਇੰਨੇ ਸਾਧਨ ਕਰਨ ਤੋਂ ਬਾਅਦ ਵੀ ਤੋ ਵੀ ਹਉਮੈ ਮੈਲ ਨਾ ਜਾਵੈ। ਇਹ ਪ੍ਰਾਣੀ ਤੇਰੇ ਮਨ ਦੀ ਹੰਕਾਰ ਮੈਂ ਹਉਮੈ ਦੀ ਮੈਲ ਨਹੀਂ ਜਾਂਦੀ ਹੈ। ਹਰ ਕੇ ਨਾਮ ਸਮਸਰ ਕਛ ਨਾਹੀ। ਇਹ ਮੇਰੇ ਮਨ ਜਾਣ ਲੈ ਵੀ ਹਰੀ ਦਾ ਨਾਮ ਸਾਰਿਆਂ ਤੋਂ ਉੱਚਾ ਹੈ। ਹਰੀ ਦੇ ਨਾਮ ਦੇ ਸਮਸਰ ਕਹੀਏ ਬਰਾਬਰ ਕਿਛ ਨਾ ਹੈ, ਕੁਝ ਵੀ ਨਹੀਂ। ਹਰੀ ਦੇ ਨਾਮ ਦੇ ਬਰਾਬਰ ਦੱਸੋ ਖਾਲਸਾ ਜੀ ਕੀ ਹੈ। ਇੱਕ ਪਾਸੇ ਸੰਸਾਰ ਦੇ ਸਾਰੇ ਪਦਾਰਥ ਪਾ ਦਈਏ, ਇੱਕ ਪਾਸੇ ਨਾਮ ਨਹੀਂ। ਰਾਮ ਨਾਮ ਨਹੀਂ ਤੁਲ ਰਾਮ ਨਾਮ ਵਿਚਾਰ। ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਤਾਂ ਅਮੋਲਕ ਹੈ। ਹਰੀ ਪਰਮੇਸ਼ਰ ਦੇ ਨਾਮ ਦੇ ਬਰਾਬਰ ਹੋਰ ਕੋਈ ਵਸਤੂ ਨਹੀਂ ਹੈ, ਨਾ ਹੀ ਹੋ ਸਕਦੀ ਹੈ। ਤੋ ਹਰੀ ਦਾ ਨਾਮ ਸਾਰਿਆਂ ਤੋਂ ਉੱਚਾ ਸ਼੍ਰੇਸ਼ਟ ਹੈ। ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ। ਇਹ ਇਹੋ ਜਿਹਾ ਨਾਮ ਹੈ ਜਿਨੇ ਮੁਖੀ ਗੁਰਾਂ ਦੁਆਰਾ ਜਾਂ ਗੁਰਮੁਖ ਬਣ ਕੇ ਗੁਰੂ ਨੂੰ ਮੁੱਖ ਰੱਖ ਕੇ ਨਾਮ ਜਪਿਆ ਹੈ। ਗਤ ਪਾਹੇ, ਉਹਨਾਂ ਨੇ ਗਤ ਮੁਕਤੀ ਪਾਹੇ ਪ੍ਰਾਪਤ ਕੀਤੀ ਹੈ। ਉਹਨਾਂ ਜੀਵਾਂ ਨੂੰ ਮਹਾਰਾਜ ਨੇ ਮੁਕਤੀ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਜਿਨ੍ਹਾਂ ਨੇ ਨਾਮ ਮੁਖੀ ਗੁਰਾਂ ਦੁਆਰਾ ਬਖਸ਼ਿਆ ਹੋਇਆ ਜਪਣਾ ਕੀਤਾ ਹੈ। ਮਨ ਕਾਮਨਾ ਤੀਰਥ ਦੇਹ ਛੁਟੈ। ਤੋ ਮਹਾਰਾਜ ਕਹਿੰਦੇ ਆ ਕਿ ਮਨ ਵਿੱਚ ਜੇ ਕੋਈ ਕਾਮਨਾ ਕਰਦਾ, ਇੱਛਾ ਕਰੀ ਜਾਵੇ, ਕੀ ਇੱਛਾ ਕਰੇ ਵੀ ਜਿਹੜੀ ਮੇਰੀ ਸਰੀਰ ਦੇ ਹੈ ਨਾ, ਇਹ ਤੀਰਥ ਤੇ ਛੁੱਟੇ ਕਿਸੇ ਤੇ। ਵੀ ਸ਼ਾਇਦ ਮੈਂ ਤੀਰਥ ਤੇ ਜੇ ਮੇਰੀ ਦੇਹ ਛੁੱਟ ਜਾਵੇਗੀ ਤੇ ਮੈਂ ਸੱਚਖੰਡ ਨੂੰ ਜਾਵਾਂਗਾ। ਚਾਹੇ ਮਨ ਵਿੱਚ ਇੱਛਾ ਕਾਮਨਾ ਕਰੇ ਵੀ ਮੇਰੀ ਦੇਹੀ ਜਿਹੜੀ ਹੈ ਇਹ ਮੇਰੇ ਪ੍ਰਾਣ ਤੀਰਥ ਤੇ ਨਿਕਲਣ ਦੇ ਹੀ ਤੀਰਥ ਤੇ ਮੈਂ ਗਿਆ ਹੋਵਾਂ, ਉੱਥੇ ਮੇਰੀ ਮੌਤ ਹੋਵੇ। ਗਰਭ ਗੁਮਾਨ ਨਾ ਮਨ ਤੇ ਹੁਟੈ। ਪਰ ਪ੍ਰਾਣੀ ਜਾਣ ਲੈ ਜਿਹੜਾ ਗਰਭ ਗੁਮਾਨ, ਜਿਹੜਾ ਹੰਕਾਰ ਹੈ, ਜਾਤ ਵਿਦਿਆ ਦਾ ਅਭਿਮਾਨ ਹੈ, ਦੇਹੀ ਦਾ ਹੰਤਾ ਹੰਗ ਭਾਵ ਹੈ, ਇਹ ਨਹੀਂ ਮਨ ਤੋਂ ਹੁੱਟ ਜਾਂਦਾ। ਕਦੇ ਵੀ ਮਨ ਤੋਂ ਹੰਕਾਰ ਨਹੀਂ ਜਾਵੇਗਾ। ਸੋਚ ਕਰੈ ਦਿਨਸ ਅਰ ਰਾਤ। ਜੇਕਰ ਪ੍ਰਾਣੀ ਸੋਚ ਕਹਿੰਦੇ ਆ ਸੋਚ ਤੋਂ ਪਵਿੱਤਰਤਾ, ਸਵੱਛਤਾ, ਦਿਨਸ ਅਰ ਰਾਤ, ਪ੍ਰਾਣੀ ਦਿਨ ਤੇ ਰਾਤ ਸਰੀਰ ਧੋਈ ਜਾਵੇ, ਆਪਦੇ ਆਪ ਨੂੰ ਸੁੱਚਾ ਰੱਖਣ ਦੀ ਜਿਹੜੀ ਵੈ ਉਹ ਚਾਹਵੇ ਵੀ ਮੈਂ ਕਿਸੇ ਤਰ੍ਹਾਂ ਸੁੱਚਾ ਹੋ ਜਾਵਾਂ, ਪਵਿੱਤਰਤਾ ਰੱਖੇ, ਸੌਚਤਾ, ਸਰੀਰ ਦੀ ਸਵੱਛਤਾ ਨੂੰ ਹੀ ਸਾਰੀ ਸਵੱਛਤਾ, ਮਨ ਦੀ ਸਵੱਛਤਾ ਜਾਣੇ। ਭਾਵ ਕਈ ਵਾਰੀ ਪਿੰਡੇ ਇਸ਼ਨਾਨ ਕਰਕੇ ਤਾਂ ਖਾਲਸਾ ਜੀ ਮਨ ਨਹੀਂ ਨਾ ਸਾਫ਼ ਹੋਣ ਲੱਗਾ। ਮਹਾਰਾਜ ਕਹਿੰਦੇ ਜੇਕਰ ਕਿੰਨਾ ਮਰਜ਼ੀ ਇਹ ਸਰੀਰ ਨੂੰ ਸਵੱਛ ਕਰਕੇ ਜਾਣੇ ਵੀ ਮੈਂ ਸਵੱਛ ਹੋ ਗਿਆ, ਪਵਿੱਤਰ ਹੋ ਗਿਆ, ਦਿਨ ਰਾਤ ਸੌਚ ਕਰੇ ਪਵਿੱਤਰਤਾ। ਕਈਓ ਕਰਮ ਕਾਂਡੀ ਵੈਸ਼ਨੋ ਉਹ ਲੱਕੜਾਂ ਵੀ ਧੋ ਕੇ ਬਾਲਦੇ ਆ, ਵੈਸ਼ਨੋ ਮੱਤ ਦੇ ਲੋਕ ਥੱਲੇ ਧਰਤੀ ਪੁੱਟ ਕੇ ਵਹਿੰਦੇ ਆ ਪਹਿਲਾਂ ਵੀ ਕਿਤੇ ਥੱਲੇ ਕੋਈ ਹੱਡੀ ਤਾਂ ਨਹੀਂ, 2-4 ਫੁੱਟ ਧਰਤੀ ਪੁੱਟਦੇ ਆ। ਇਸ ਤਰ੍ਹਾਂ ਦੀ ਪਵਿੱਤਰਤਾ ਜਿੰਨੀ ਮਰਜ਼ੀ ਕੋਈ ਕਰ ਲਵੇ ਦਿਨ ਰਾਤ। ਮਨ ਕੀ ਮੈਲ ਨਾ ਤਨ ਤੇ ਜਾਤ। ਪਰ ਜਿਹੜੀ ਮਨ ਦੀ ਮੈਲ ਹੈ ਉਹ ਸਰੀਰ ਧੋਤਿਆਂ ਨਹੀਂ ਜਾਂਦੀ। ਜਲ ਕੇ ਮੱਜਨ ਜੇਗਤ ਹੋਵੇ ਮੈਂਡੁਕ ਨਿਤ ਨਿਤ ਨਾਵੈ। ਲੱਡੂ ਰੋਜ਼ ਹੀ ਨਹਾਉਂਦੇ ਆ। ਮਹਾਰਾਜ ਕਹਿੰਦੇ ਜੇ ਇਸ਼ਨਾਨ ਦੇ ਨਾਲ ਕਲਿਆਣ ਹੋਵੇ ਤੇ ਡੱਡੂ ਤਾਂ ਰਹਿੰਦਾ ਹੀ ਪਾਣੀ 'ਚ, ਮੱਛੀਆਂ ਪਾਣੀ 'ਚ ਰਹਿੰਦੀਆਂ। ਤੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਮਨ ਦੀ ਮੈਲ ਸਰੀਰ ਤੋਂ ਜਾਂਦੀ ਨਹੀਂ। ਜਿਵੇਂ ਸਾਧ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਮਾਈ ਦਾਸ ਵੈਸ਼ਨੋ ਆਇਆ ਸੀ। ਸੂਰਜ ਪ੍ਰਕਾਸ਼ ਵਿੱਚ ਪ੍ਰਸੰਗ ਹੋਰ ਤਰ੍ਹਾਂ। ਤਵਾਰੀਖ ਗੁਰੂ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਜੀਆਂ ਇਉਂ ਲਿਖਿਆ, ਕਹਿੰਦੇ ਜਦੋਂ ਮਾਈ ਦਾਸ ਵੈਸ਼ਨੋ ਆਇਆ ਇਹਦੇ ਨਾਲ ਬੜੇ ਵਿਦਿਆਰਥੀ ਸਨ, ਪੜ੍ਹਨ ਵਾਲੇ, ਵਿੱਦਿਆ ਪੜ੍ਹਨ ਵਾਲੇ। ਇਹ ਸਾਰੇ ਸੰਸਾਰ ਵਿੱਚ ਆਪਦੀ ਵਿੱਦਿਆ ਦਾ ਬਲ ਵਿਖਾਉਂਦਾ ਹੋਇਆ, ਵੱਡਿਆਂ ਵੱਡਿਆਂ ਵਿਦਵਾਨਾਂ ਨੂੰ ਜਿੱਤਦਾ ਹੋਇਆ ਗੋਇੰਦਵਾਲ ਸਾਹਿਬ ਆਇਆ।
ਕਿ ਮਹਾਰਾਜ ਦੇ ਦਰਸ਼ਨ ਕਰਨ ਲੱਗਿਆ। ਸਿੱਖਾਂ ਨੇ ਆਖਿਆ ਕਿ ਭਾਈ ਪਹਿਲਾਂ ਲੰਗਰ ਛਕੋ। ਇਹ ਜਦੋਂ ਲੰਗਰ ਵਿੱਚ ਗਿਆ ਤੇ ਜਾ ਕੇ ਇਹਨੇ ਵੇਖਿਆ ਸਿੱਖਾਂ ਨੂੰ ਵੀ ਹਰੇਕ ਜਾਤ ਦਾ ਹੀ ਇੱਥੇ ਉੱਚਾ ਚਾਹੇ ਨੀਵਾਂ ਹੈ, ਸਾਰੇ ਲੰਗਰ ਤਿਆਰ ਕਰ ਰਹੇ ਹੈ। ਇਹਨੇ ਘਿਰਣਾ ਕੀਤੀ ਗੁਰੂ ਕੇ ਲੰਗਰ ਤੋਂ, ਲੰਗਰ ਨਾ ਛਕਿਆ। ਕਹਿੰਦਾ ਜੀ ਮੇਰਾ ਨਿਯਮ ਅਸੀਂ ਤਾਂ ਹਾਥੀ ਬਣਾ ਕੇ ਛਕਾਂਗੇ। ਇਹ ਗਿਆਨੀ ਗਿਆਨ ਸਿੰਘ ਜੀਆਂ ਨੇ ਜਿਵੇਂ ਲਿਖਿਆ। ਤੋ ਉਹ ਉਸੇ ਤਰ੍ਹਾਂ ਮਹਾਰਾਜ ਦੇ ਸਿੱਖਾਂ ਨੇ ਰਸਤਾਂ ਦੇ ਦਿੱਤੀਆਂ, ਕੱਚੀ ਰਸਤ ਦੇ ਦਿੱਤੀ, ਆਟਾ ਲੂਣ ਦਾਲ ਸਭ। ਇਹਨਾਂ ਨੇ ਉਹ ਭੋਜਨ ਬਣਾਉਣ ਵਾਸਤੇ ਜਦੋਂ ਚੁੱਲ੍ਹਾ ਪੱਟਿਆ ਤੇ ਥੱਲੇ ਕੁੱਤੇ ਦਾ ਹੱਡ ਨਿਕਲਿਆ, ਦੂਜੀ ਥਾਂ ਪੱਟਿਆ ਗਾਂ ਦਾ ਹੱਡ ਨਿਕਲਿਆ, ਤੀਜੀ ਥਾਂ ਨਿਕਲਿਆ ਬੰਦੇ ਦੀ ਖੋਪਰੀ ਨਿਕਲੀ। ਤੇ ਫਿਰ ਇਹਨੇ ਜਾ ਕੇ ਬਿਆਸ ਦਰਿਆ ਤੇ ਜਿੱਥੇ ਰੇਤਾ ਹੁੰਦਾ ਸਜਰਾ ਪਾਣੀ ਪਿੱਛੇ ਹਟਿਆ, ਉੱਥੇ ਕੁਝ ਨਾ ਸੀਗਾ, ਨਵਾਂ ਰੇਤਾ ਪਿਆ। ਉੱਥੇ ਚੁੱਲ੍ਹਾ ਪੱਟ ਕੇ ਮਾਈ ਦਾਸ ਤੇ ਇਹਦੇ ਚੇਲਿਆਂ ਸੇਵਕਾਂ ਨੇ ਪ੍ਰਸ਼ਾਦਾ ਆਪਦਾ ਤਿਆਰ ਕੀਤਾ, ਲੰਗਰ ਛਕਿਆ। ਇੰਨਾ ਕਰਮ ਕਾਂਡ ਕੀਤਾ। ਤੇ ਗੁਰੂ ਅਮਰਦਾਸ ਮਹਾਰਾਜ ਦੇ ਜਦੋਂ ਦਰਸ਼ਨ ਕਰਨ ਵਾਸਤੇ ਮਾਈ ਦਾਸ ਗਿਆ ਆਪਣਿਆਂ ਸੇਵਕਾਂ ਦੇ ਨਾਲ, ਇਹਨੂੰ ਵੇਖ ਕੇ ਜਦੋਂ ਇਹਨੇ ਮੱਥਾ ਟੇਕਿਆ ਗੁਰੂ ਅਮਰਦਾਸ ਮਹਾਰਾਜ ਨੂੰ, ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਹੱਸੇ ਵੇਖ ਕੇ। ਤੇ ਮਹਾਰਾਜ ਕਹਿੰਦੇ ਪੰਡਤ ਜੀ ਇੱਕ ਗੱਲ ਦੱਸੋ, ਇੱਥੇ ਇੱਕ ਮਨੁੱਖ ਆਇਆ ਹੈ ਗੋਇੰਦਵਾਲ ਸਾਡੇ ਦਰਸ਼ਨਾਂ ਨੂੰ। ਕਹਿੰਦੇ ਉਹ ਦਾਲਾਂ ਆਦਿਕ ਬੜੀਆਂ ਧੋ ਕੇ ਬੜੇ ਨਾਨਾ ਤਰ੍ਹਾਂ ਦੇ ਪਖੰਡ ਕਰਕੇ ਲੱਕੜਾਂ ਧੋ ਕੇ ਇਸ ਤਰ੍ਹਾਂ ਉਹਨੇ ਨਾ ਬੜੇ ਨਿਯਮ ਸੰਜਮ ਨਾਲ ਪ੍ਰਸ਼ਾਦਾ ਤਿਆਰ ਕੀਤਾ ਛਕਣ ਵਾਸਤੇ। ਤੇ ਫਿਰ ਉਹਨੇ ਇੱਕ ਬੜੇ ਮੈਲੇ ਗੰਦੇ ਭਾਂਡੇ ਵਿੱਚ ਪਾ ਕੇ ਪਾਲਿਆ। ਵੀ ਪਹਿਲਾਂ ਉਹਨੇ ਪ੍ਰਸ਼ਾਦਾ ਤਿਆਰ ਕੀਤਾ, ਲੱਕੜਾਂ ਧੋਤੀਆਂ, ਹੋਰ ਥਾਂ ਥਾਂ ਚੁੱਲ੍ਹੇ ਪੱਟ ਕੇ ਵੇਖੇ। ਤੇ ਮੁੜ ਕੇ ਉਹਨੇ ਇੱਕ ਗੰਦੀ ਪੋਟਲੀ ਦੇ ਵਿੱਚ ਪ੍ਰਸ਼ਾਦਾ ਸੋਹਣਾ ਤਿਆਰ ਕੀਤਾ ਤੇ ਪਾ ਗੰਦੀ ਪੋਟਲੀ ਵਿੱਚ ਲਿਆ। ਉਹ ਵੈਸ਼ਨੂੰ ਮਾਈ ਦਾਸ ਕਹਿੰਦਾ ਮਹਾਰਾਜ ਫੇਰ ਕੀ ਫਾਇਦਾ, ਉਹ ਵੈਸ਼ਨੂੰ ਨਹੀਂ ਹੋਣਾ ਸਾਡੇ ਵਰਗਾ, ਕੋਈ ਹੋਰ ਹੋਣਾ। ਵੀ ਪ੍ਰਸ਼ਾਦਾ ਤਿਆਰ ਕੀਤਾ ਬਣਾਇਆ ਤੇ ਮੁੜ ਕੇ ਗੰਦੀ ਪੋਟਲੀ 'ਚ ਹੀ ਪਾਉਣਾ ਸੀ। ਤੇ ਫਿਰ ਹੇ ਮਹਾਰਾਜ ਉਹਨੇ ਕਾਹਨੂੰ ਇੰਨਾ ਖੇਚਲ ਕਰਨੀ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਗੰਦੀ ਪੋਟਲੀ ਕਿਹੜੀ ਹੈ। ਹੁਣ ਹੈ ਵੈਸ਼ਨੂੰ ਮਾਈ ਦਾਸ ਵੀ ਬੜਾ ਵਿਦਵਾਨ, ਇਹ ਸਮਝ ਗਿਆ ਵੀ ਮਹਾਰਾਜ ਨੇ ਮੈਨੂੰ ਆਖਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨੂੰ ਫਿਰ ਬੇਨਤੀ ਕਰਕੇ ਪੁੱਛਦਾ, ਮਹਾਰਾਜ ਮੈਂ ਸਮਝਿਆ ਨਹੀਂ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ ਮਾਈ ਦਾਸ ਤੂੰ ਗੁਰੂ ਕੇ ਲੰਗਰ ਚੋਂ ਪ੍ਰਸ਼ਾਦਾ ਨਹੀਂ ਛਕਿਆ ਇਸ ਕਰਕੇ ਨਹੀਂ ਵੀ ਮੈਂ ਸੁਚਮਤਾ ਨਾਲ ਬਣਾਵਾਂਗਾ। ਹਾਲਾਂਕਿ ਗੁਰੂ ਕੇ ਲੰਗਰ ਵਿੱਚ ਵੀ ਬੜੀ ਸੌਚਤਾ ਸੁਚਮਤਾ ਹੈ, ਪਰ ਤੂੰ ਛਕਿਆ ਨਾ ਪ੍ਰਸ਼ਾਦਾ ਵੀ ਮੈਂ ਸੁਚਮਤਾ ਹੀ ਨਾਲ ਬਣਾਉਣਾ ਹੈ। ਚੁੱਲ੍ਹੇ ਪੱਟ ਥਾਂ ਤੇ ਸਾਫ਼ ਜਗ੍ਹਾ ਵੇਖ ਕੇ ਤੂੰ ਪ੍ਰਸ਼ਾਦਾ ਬਣਾਇਆ ਤੇ ਪਾਇਆ ਕਿਹਦੇ 'ਚ, ਆਂਦਾ ਜੀ ਪੇਟ 'ਚ। ਤੇ ਮਹਾਰਾਜ ਕਹਿੰਦੇ ਸਰੀਰ ਨਾਲੋਂ ਗੰਦਾ ਕੀ ਹੈ, ਵਿਸ਼ਟਾ ਇਹਦੇ 'ਚ ਆ, ਮੂਤ ਇਹਦੇ 'ਚ ਹੈ। ਕਿੰਨਾ ਗੰਦਾ ਖੂਨ ਰਹਿੰਦਾ ਸਰੀਰ ਵਿੱਚ, ਸਰੀਰ ਦੇ ਵਿੱਚ ਕਿੰਨਾ ਮਰਜ਼ੀ ਪ੍ਰਸ਼ਾਦੇ 'ਚੋਂ ਕਿੰਨੀ ਮਹਿਕ ਆਉਂਦੀ ਹੈ। ਸੁਗੰਧੀਆਂ ਕੇਸਰ ਆਦਿਕ ਲੋਕੀ ਛਕਦੇ ਛਕਾਉਂਦੇ ਆ, ਆ ਜੂਸ ਆਦਿਕ ਬਣੇ ਹੋਏ ਆ, ਰਸ ਬਣੇ ਆ, ਸਾਰਿਆਂ 'ਚੋਂ ਕਿੰਨੀ ਮਹਿਕ ਆਉਂਦੀ ਹੈ। ਤੇ ਜਦੋਂ ਇਸ ਪ੍ਰਾਣੀ ਦੇ ਸਰੀਰ ਦੇ ਅੰਦਰ ਜਾਂਦੇ ਆ ਖਾਲਸਾ ਜੀ, ਉਹਦੇ ਬਾਅਦ ਜਦੋਂ ਵਿਸ਼ਟਾ ਬਣਦਾ ਫਿਰ ਸਾਰੇ ਥੁੱਕਾਂ ਸਿੱਟਦੇ ਆ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਵੀ ਕਹਿੰਦੇ ਆ ਨਾ ਕਿ ਪਾਣੀ ਦੇਵਤਾ, ਅਗਨ ਦੇਵਤਾ, ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਅੰਦਰ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕ੍ਰਿਤ ਤਾ ਹੋਆ ਪਾਕ ਪਵਿੱਤ, ਪਾਪੀ ਸਿਓ ਤਨ ਗੱਡਿਆ ਤਾਂ ਥੁੱਕਾਂ ਪਈਆਂ ਤਿੱਤ। ਮਹਾਰਾਜ ਕਹਿੰਦੇ ਲੂਣ ਵੀ ਦੇਵਤਾ ਮੰਨਿਆ ਹਿੰਦੂਆਂ ਨੇ, ਪਾਣੀ ਦੇਵਤਾ, ਅੱਗ ਵੀ ਦੇਵਤਾ ਮੰਨੀ ਹੈ, ਤੇ ਘਿਓ ਵੀ ਦੇਵਤਾ ਮੰਨਿਆ, ਪਵਿੱਤਰ ਮੰਨਿਆ। ਤੇ ਵੇਖ ਲਾ ਇਹ ਪ੍ਰਾਣੀ ਤੂੰ ਕਿੱਡਾ ਪਾਪੀ ਹੋਵੇਂਗਾ। ਇਹ ਪੰਜ ਦੇਵਤੇ ਤੇਰੇ ਪੇਟ ਅੰਦਰ ਜਾਂਦੇ ਆ ਭਾਵ ਭੋਜਨ ਦੇ ਰੂਪ 'ਚ, ਇਹ ਪੰਜੇ ਦੇਵਤੇ ਤੇਰੇ ਗਲ ਲੰਘਣ ਦੀ ਦੇਰ ਆ, ਥੁੱਕਾਂ ਪਈਆਂ ਤਿੱਤ।
ਵਿਸ਼ਟਾ ਬਣ ਜਾਂਦਾ, ਉਸੇ ਵੇਲੇ ਸਾਰੇ ਨੂੰ ਵੇਖ ਕੇ ਤੁਕਾਂ ਸੁੱਟਦੇ। ਉਹੀ ਘਿਓ ਹੁੰਦਾ ਹੈ, ਉਹੀ ਪ੍ਰਸ਼ਾਦਾ ਹੁੰਦਾ ਸੋਹਣਾ, ਅੱਗ ਹੁੰਦੀ, ਅੰਨ ਹੁੰਦਾ, ਲੂਣ ਹੁੰਦਾ। ਪੰਜ ਦੇਵਤੇ ਜਦੋਂ ਹੀ ਤੇਰੇ ਜੀਭ ਤੋਂ ਥੱਲੇ ਜਾਂਦੇ ਰਾਸ ਹਲਕ ਤੋਂ, ਉਦੋਂ ਹੀ ਵਿਸ਼ਟਾ ਬਣ ਜਾਂਦਾ ਹੈ। ਹੁਣ ਸਾਰਿਆਂ ਤੋਂ ਗੰਦਾ ਖਾਲਸਾ ਜੀ ਕੀ ਹੋਇਆ? ਮਨੁੱਖੀ ਸਰੀਰ ਹੈ। ਇਹਦੇ ਵਿੱਚ ਕਿੱਡੀ ਮਰਜ਼ੀ ਸੁਗੰਧੀ ਵਾਲੀ ਚੀਜ਼ ਪਾਓ, ਉਸੇ ਨੂੰ ਹੀ ਇਹ ਗਰਕ ਕਰ ਦਿੰਦਾ, ਬਦਬੂ ਆਉਣ ਲਾ ਦਿੰਦਾ। ਤੋ ਮਹਾਰਾਜ ਨੇ ਮਾਈ ਦਾਸ ਨੂੰ ਆਖਿਆ, ਮਾਈ ਦਾਸ, ਸਰੀਰ ਤੋਂ ਗੰਦਾ ਕੀ ਹੈ? ਭੋਜਨ ਦੀ ਸੋਧ ਕਰਦਾ ਹੈ, ਸਾਰਿਆਂ ਤੋਂ ਗੰਦਾ ਤਾਂ ਸਰੀਰ ਹੈ। ਸਰੀਰ ਵਿੱਚ ਜਿਹੜੀ ਵਸਤੂ ਪਾ ਦਈ ਉਹ ਨਾਲ ਦੀ ਨਾਲ ਹੀ ਗੰਦ ਬਣ ਜਾਂਦੀ ਹੈ। ਐਡੀ ਸਭ ਤੋਂ ਗਰਕੀ ਚੀਜ਼ ਸਰੀਰ ਹੈ। ਤੋ ਇਹ ਸਰੀਰ ਮਿਲਿਆ ਤਾਂ ਨਾਮ ਜਪਣ ਵਾਸਤੇ ਹੈ। ਇਸੇ ਨੂੰ ਲਿਪਣ ਪੋਚਣ ਵਿੱਚ ਸਾਰੀ ਉਮਰ ਬਤੀਤ ਕਰੋਗੇ ਤਾਂ ਇਹਦੀ ਕੋਈ ਵੱਡੀ ਪ੍ਰਾਪਤੀ ਨਹੀਂ। ਤੋ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੈ ਕਿ ਮਨ ਕੀ ਮੈਲ ਨਾ ਤਨ ਤੇ ਜਾਤ। ਮਨ ਦੀ ਮੈਲ ਜਿਹੜੀ ਲੱਗੀ ਹੋਈ ਹੈ ਉਹ ਸਰੀਰ ਦੇ ਧੋਣ ਨਾਲ ਨਹੀਂ ਜਾਂਦੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੱਸਦੇ ਆ ਨਾ, ਉਹ ਪੰਡਤ ਕਹਿੰਦੇ ਮਹਾਰਾਜ ਆ ਵੀ ਝੂਠਾ, ਅਸੀਂ ਐਂ ਛਕਾਂਗੇ ਐਂ ਛਕਾਂਗੇ। ਮਹਾਰਾਜ ਕਹਿੰਦੇ ਪੰਡਤ ਜੀ, ਸੂਤਕ ਜਿਹੜਾ ਝੂਠ ਹੈ ਨਾ, ਅਸਲੀ ਝੂਠ ਤਾਂ ਮਨ ਦੇ ਵਿਕਾਰਾਂ ਦੀ ਹੈ। ਸਰੀਰ ਤਾਂ ਹੈ ਹੀ ਝੂਠ ਦੀ ਪੁਤਲੀ, ਇਹਨੂੰ ਕੀ ਸੋਧਾਂਗੇ? ਅਸਲੀ ਝੂਠ ਤਾਂ ਮਨ 'ਚ ਹੈ। ਮਹਾਰਾਜ ਮਨ 'ਚ ਕਿਹੜੀ ਝੂਠ ਹੈ? ਗੁਰੂ ਗਰੀਬ ਨਵਾਜ ਕਹਿੰਦੇ ਹੈ ਕਿ ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ। ਮਨ ਦੀ ਝੂਠ ਹੈ ਲਾਲਚ, ਜੀਭ ਦੀ ਝੂਠ ਕੀ ਹੈ? ਝੂਠ ਬੋਲਣਾ। ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ। ਅੱਖੀ ਸੂਤਕ ਵੇਖਣਾ, ਪਰ ਧਨ ਪਰ ਤੇ ਰੂਪ। ਅੱਖਾਂ ਦਾ ਝੂਠ, ਅੱਖਾਂ ਦੀ ਝੂਠ ਸੂਤਕ ਇਹ ਹੈ ਵੀ ਪਰਾਇਆ ਰੂਪ ਵੇਖਣਾ, ਪਰਾਇਆ ਧਨ ਤੱਕਣਾ, ਪਰਾਇਆ ਰੂਪ ਵੇਖਣਾ। ਇਹ ਨਹੀਂ ਜਾਣਨਾ ਕਦੇ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਇਹ ਬਿਰਤੀ ਨਹੀਂ ਰੱਖਣੀ, ਇਹ ਅੱਖਾਂ ਦੀ ਵੱਡੀ ਝੂਠ ਹੈ। ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਹੇ। ਕੰਨਾਂ ਵਿੱਚ ਚੁਗਲੀ ਸੁਣਨੀ, ਨਿੰਦਿਆ ਸੁਣਨੀ, ਇਹ ਕੰਨਾਂ ਦੀ ਝੂਠ ਹੈ। ਤੋ ਛੱਡਣੀ ਤਾਂ ਖਾਲਸਾ ਜੀ ਮਨ ਦੀਆਂ ਝੂਠਾਂ ਇਹ ਛੱਡਣੀਆਂ। ਪਰ ਮਨ ਕੀ ਮੈਲ ਨਾ ਤਨ ਤੇ ਜਾਤ। ਮਨ ਦੀ ਜਿਹੜੀ ਮੈਲ ਲੱਗੀ ਹੋਈ ਵਿਸ਼ੇ ਵਿਕਾਰਾਂ ਦੀ, ਇਹ ਸਰੀਰ ਧੋਤਿਆਂ ਮਹਾਰਾਜ ਕਹਿੰਦੇ ਨਹੀਂ ਜਾਂਦੀ ਹੈ। ਇਸ ਦੇਹੀ ਕਾ ਬਾਹ ਸਾਧਨਾ ਕਰੈ। ਤੇ ਇਹ ਦੇਹੀ ਨੂੰ ਬੜੀ ਵਿਧੀ ਨਾਲ ਸਾਧਨਾ ਕਰਦਾ, ਸਾਧਨਾ ਕਰੇ ਭਾਵ ਸੋਧਣਾ ਕਰਦਾ। ਦੇਹੀ ਨੂੰ ਬਹੁਤ ਤਰ੍ਹਾਂ ਦੇ ਨਾਲ ਨਿਉਲੀ ਕਰਮ ਕਰਕੇ ੜੀ ਬੰਦ ਜਲੰਧਰ ਬੰਦ ਲਾ ਲਾ ਕੇ ਬੜਾ ਦੇਹੀ ਨੂੰ ਸੋਧਦਾ ਹੈ। ਮਨ ਤੇ ਕਬਹੂ ਨ ਵਿਖਿਆ ਟਰੈ। ਪਰ ਦੇਹੀ ਦੇ ਸਾਧਨ ਦੇ ਨਾਲ ਨਾ ਮਨ ਤੇ ਕਬਹੂ ਨਾ ਵਿਖਿਆ ਟਰੈ। ਮਨ ਤੋਂ ਵਿਸ਼ਿਆਂ ਵਾਲੀ ਜਿਹੜੀ ਮੈਲ ਨਹੀਂ ਟਲਦੀ ਕਦੇ ਵੀ। ਤੋ ਇਹਦਾ ਅਰਥ ਸਾਧ ਸੰਗਤ ਜੀ ਇਹ ਨਹੀਂ ਲੈਣਾ ਵੀ ਹੁਣ ਇਸ਼ਨਾਨ ਨਹੀਂ ਕਰਨਾ। ਇਹ ਸਰੀਰ ਦੀ ਕਿਰਿਆ ਜਿਹੜੀ ਹੈ, ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਆ, ਸੰਗਤ ਵਿੱਚ ਆਉਣਾ। ਬਾਹਰੀ ਕਿਰਿਆ ਜਿਹੜੀ ਹੈ ਉਹ ਸੋਧਣੀ ਜ਼ਰੂਰ ਹੈ। ਇਸ਼ਨਾਨ ਕਰੋ, ਆਪਣੇ ਦਾਤਨ ਕੁਰਲਾ ਕਰਨਾ, ਸਰੀਰ ਦੀ ਸਵੱਛਤਾ ਕਰਨੀ, ਹੋਰ ਕਿਰਿਆਵਾਂ ਕਰਨੀਆਂ, ਫਿਰ ਇਸ਼ਨਾਨ ਕਰਨਾ, ਹੱਥ ਸੋਹਣੀ ਤਰ੍ਹਾਂ ਮਾਂਜਣੇ, ਸਾਡੀ ਮਨੁੱਖ ਦੀ ਇਹ ਕਿਰਿਆ ਹੈ। ਪਰ ਇਹ ਜਾਣ ਲਓ ਵੀ ਇਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਪਰ ਇਹ ਵੀ ਜਾਣ ਲਓ ਵੀ ਜੇ ਪ੍ਰਾਪਤੀ ਨਹੀਂ ਹੁੰਦੀ ਤੇ ਕਿਰਿਆ ਛੱਡਣੀ ਵੀ ਨਹੀਂ ਹੈ। ਕਿਉਂਕਿ ਤੰਦਰੁਸਤ ਰਹਿਣਾ ਜ਼ਰੂਰੀ ਹੈ। ਜੇ ਸਰੀਰ ਨੂੰ ਇਹਦਾ ਖਿਆਲ ਰੱਖਾਂਗੇ, ਸਰੀਰ ਤੰਦਰੁਸਤ ਰਹੇਗਾ। ਜੇ ਸਰੀਰ ਤੰਦਰੁਸਤ ਹੈ ਤੇ ਨਾਮ ਵੀ ਤਾਂ ਹੀ ਜਪਾਂਗੇ, ਕਿਉਂਕਿ ਸਰੀਰ ਮਿਲਿਆ ਹੀ ਨਾਮ ਜਪਣ ਵਾਸਤੇ। ਜਦੋਂ ਆਪਾਂ ਨਸ਼ੇ ਕਰਕੇ ਸਰੀਰ ਨੂੰ ਖਰਾਬ ਕਰ ਲੈਂਦੇ ਹਾਂ, ਫਿਰ ਸਾਧ ਸੰਗਤ ਜੀ ਨਸ਼ੇ ਕਰਨ ਦੇ ਕਾਰਨ ਸਰੀਰ ਉਮਰ ਤੋਂ ਪਹਿਲਾਂ ਬੁੱਢਾ ਹੋ ਜਾਂਦਾ ਹੈ। ਫਿਰ ਨਾਮ ਜਪਣਾ ਕਾਹਦੇ ਨਾਲ ਹੈ? ਸਰੀਰ ਮਿਲਿਆ ਨਾਮ ਜਪਣ ਵਾਸਤੇ। ਇਹਨੂੰ ਸਾਫ ਸੁਥਰਾ ਰੱਖਣਾ, ਇਹਦੀ ਪਾਲਣ ਪੋਸ਼ਣ ਕਰਨੀ ਸਾਡਾ ਮੁੱਢਲਾ ਧਰਮ ਹੈ। ਕਿਉਂਕਿ ਸਰੀਰ ਮੰਦਰ ਹੈ, ਇਹਦੇ ਵਿੱਚ ਜਿਹੜਾ ਰਹਿੰਦਾ ਉਹ ਰਹੂਗਾ ਤਾਂ ਜੋਤ ਆਤਮਾ। ਕਦੋਂ ਰਹੂਗੀ? ਜਿੰਨਾ ਸਮਾਂ ਸਰੀਰ ਸਾਡਾ ਸਲਾਮਤ ਹੈ। ਜਦੋਂ ਸਰੀਰ ਟੁੱਟ ਭੱਜ ਜਾਂਦਾ ਹੈ ਤੇ ਉਦੋਂ ਪ੍ਰਾਣ ਰਹਿੰਦੇ ਨਹੀਂ ਨਾ, ਚਲੇ ਜਾਂਦੇ। ਸਰੀਰ ਦੇ ਆਸਰੇ ਆਤਮਾ ਰਹਿੰਦੀ ਹੈ ਜਗ ਤੇ।
ਜਦੋਂ ਸਰੀਰ ਨਹੀਂ ਰਹਿੰਦਾ, ਆਤਮਾ ਫਿਰ ਨਹੀਂ ਰਹਿੰਦੀ। ਜੋ ਤਨ ਹਿਰਦਾ ਦੇ ਨ ਹੋਤੀ ਤੋ ਮਨ ਕੈਠੇ ਰਹਿਤਾ। ਮਨ ਇੱਥੇ ਆਤਮਾ ਨੂੰ ਆਖਿਆ। ਜਦੋਂ ਸਰੀਰ ਨਾ ਹੋਵੇ ਫਿਰ ਆਤਮਾ ਨੇ ਰਹਿਣਾ ਕਿੱਥੇ? ਤੋ ਇਸ ਤਰ੍ਹਾਂ ਸਰੀਰ ਦੀ ਸਵੱਛਤਾ ਸਫਾਈ ਜ਼ਰੂਰੀ ਹੈ। ਪਰ ਇਹ ਵੀ ਖਿਆਲ ਰੱਖਣਾ ਵੀ ਸਰੀਰ ਨੂੰ ਸੋਧਣ ਦੇ ਨਾਲ ਪਰਮੇਸ਼ਰ ਨਹੀਂ ਮਿਲੇਗਾ। ਤੋ ਗੁਰੂ ਗਰੀਬ ਨਿਵਾਜ ਕਿਰਪਾ ਕਰਦੇ ਹੈ ਸੱਚੇ ਪਾਤਸ਼ਾਹ ਜੀ, ਮਨ ਤੇ ਕਬੂ ਨਾ ਵਿਖਿਆ ਟਰੈ। ਸਰੀਰ ਨੂੰ ਸੋਧਣ ਦੇ ਨਾਲ ਮਨ ਦੇ ਨਾਲ ਵਿਖਿਆ ਨਹੀਂ ਟਰੇਗੀ। ਵਿਸ਼ਿਆਂ ਦੀ ਮੈਲ ਕਦੇ ਮਨ ਛੱਡੇਗਾ ਨਹੀਂ। ਜਲ ਧੋਵੈ ਬਹੁ ਦੇਹ ਅਨੀਤ। ਨਿਤਾ ਪ੍ਰਤੀ ਜਿਹੜਾ ਹੈ ਨਾ, ਜਲ ਦੇ ਨਾਲ ਕੋਈ ਦੇਹੀ ਧੋਈ ਜਾਵੇ, ਜਿੰਨਾ ਮਰਜੀ ਪਾਣੀ ਦਾ ਇਸ਼ਨਾਨ ਕਰੇ, ਸਰੀਰ ਨੂੰ ਕਰਵਾਵੇ। ਸੁਧ ਕਹਾ ਹੋਏ ਕਾਚੀ ਪੀਤ। ਮਾਰੇ ਕਹਿੰਦੇ ਤਾਂ ਮਿੱਟੀ ਦੀ ਕੱਚੀ ਕੰਧ ਹੈ ਸਰੀਰ, ਇਹ ਕਦੇ ਸਾਫ਼ ਨਹੀਂ ਹੋਵੇਗਾ। ਮਿੱਟੀ ਦੀ ਕੰਧ ਤੇ ਸਾਧ ਸੰਗਤ ਪਾਣੀ ਪਾਈ ਜਾਓ, ਮਿੱਟੀ ਲੱਥੀ ਜਾਵੇਗੀ, ਪਾਣੀ ਪਾਈ ਜਾਓ, ਮਿੱਟੀ ਲੱਥੀ ਜਾਵੇਗੀ। ਜੇ ਕੋ ਆਖੇ ਮਿੱਟੀ ਦੀ ਕੱਚੀ ਕੰਧ ਮੈਂ ਧੋ ਲਈ ਹੈ, ਮਿੱਟੀ ਦੀ ਕੱਚੀ ਕੰਧ ਨਹੀਂ ਧੁੱਪਦੀ। ਇਸ ਤਰ੍ਹਾਂ ਜੇ ਕੋ ਆਖੇ ਮੇਰਾ ਸਰੀਰ ਹੁਣ ਸਾਫ਼ ਹੋ ਗਿਆ, ਸਾਫ਼ ਨਹੀਂ ਹੋਵੇਗਾ। ਸਰੀਰ ਦੀਆਂ 9 ਗੋਲਕਾਂ ਹਨ ਪ੍ਰਗਟ, ਇਹਨਾਂ ਦੇ ਵਿੱਚੋਂ ਰੇਸ਼ਾ ਵਹਿੰਦਾ, ਨੱਕ ਚੋਂ ਰੇਸ਼ਾ, ਕੰਨਾਂ ਚੋਂ, ਮੁੱਖ ਚੋਂ ਬਦਬੂ ਆਉਂਦੀ ਹੈ। 9 ਗੋਲਕਾਂ ਸਰੀਰ ਦੀਆਂ ਹਨ, ਇਹਨਾਂ ਦੇ ਵਿੱਚੋਂ ਸਦਾ ਵਿਸ਼ਟਾ ਵਹਿੰਦਾ ਰਹਿਣਾ। ਤੋ ਹਾਂ ਸਫਾਈ ਕਰ, ਪਰ ਲੰਮੇ ਸਮੇਂ ਵਾਸਤੇ ਨਹੀਂ। ਆਪ 2-4 ਘੰਟੇ, 6 ਘੰਟੇ, 10 ਘੰਟੇ, ਜਦ ਹੀ ਪਸੀਨਾ ਆਉਂਦਾ ਪ੍ਰਾਣੀ ਫਿਰ ਇਸ਼ਨਾਨ ਕਰਨ ਵਾਲਾ ਹੋ ਜਾਂਦਾ। ਤੋ ਮਹਾਰਾਜ ਕਹਿੰਦੇ ਆ ਕਿ ਦੇਹੀ ਧੋਈ ਜਾਓ, ਇਹ ਕੱਚੀ ਕੰਧ ਵਰਗੀ ਆ। ਵਾਸਤੇ ਵਿੱਚ ਇਸ਼ਨਾਨ ਪਾਣੀ ਕਰਕੇ ਜੇ ਸਾਧ ਸੰਗਤ ਜੀ ਸਰੀਰ ਦੇਹ ਨੂੰ ਤੇਲ ਲਾ ਕੇ ਤੇ ਮੋੜਾਂ ਤੇ ਖੜੇ ਰਹਿਣਾ, ਇਹੋ ਜਿਹਾ ਇਸ਼ਨਾਨ ਸਫਲ ਨਹੀਂ। ਇਸ਼ਨਾਨ ਸਫਲ ਉਹਦਾ ਹੈ ਜਿਹਨੇ ਇਸ਼ਨਾਨ ਪਾਣੀ ਕਰਕੇ ਚੌਂਕੜਾ ਲਾ, ਜਾਂ ਬਾਣੀ ਪੜ੍ਹਨੀ ਹੈ, ਜਾਂ ਬਾਣੀ ਸੁਣਨੀ ਹੈ, ਜਾਂ ਕਥਾ ਕੀਰਤਨ ਸੁਣਨਾ ਹੈ। ਇਸ਼ਨਾਨ ਕੀਤਾ ਉਹਦਾ ਸਫਲ ਹੈ, ਦੂਜੇ ਦਾ ਇਸ਼ਨਾਨ ਕੀਤਾ ਸਫਲਾ ਨਹੀਂ। ਕਿਉਂਕਿ ਦੇਹੀ ਕਦੇ ਵੀ ਸੁੱਚੀ ਨਹੀਂ ਹੁੰਦੀ। ਸੁੱਚੀ ਦੇਹੀ ਉਹਦੀ ਹੈ ਸਾਧ ਸੰਗਤ ਜੀ। ਕਹੋ ਕਬੀਰ ਤੇਈ ਨਰ ਸੂਚੇ ਜਿਨ ਸਾਚੀ ਭਰੀ ਵਿਚਾਰਾ। ਉਹ ਸਰੀਰ ਸੁੱਚੇ ਹੈ ਜਿਨ੍ਹਾਂ ਨੂੰ ਸੱਚ ਦੀ ਵਿਚਾਰ ਪਈ ਹੈ, ਸੱਚ ਦੀ ਵਿਚਾਰ ਕਰਨੀ ਆਈ, ਜਿਨ੍ਹਾਂ ਸੱਚ ਦੀ ਵਿਚਾਰ ਕੀਤੀ। ਤੋ ਗੁਰੂ ਗਰੀਬ ਨਿਵਾਜ ਕਹਿੰਦੇ ਸਰੀਰ ਕੱਚੀ ਕੰਧ ਵਰਗਾ ਭਾਈ, ਸੁੱਧ ਨਹੀਂ ਹੋਵੇਗਾ ਨਾਮ ਤੋਂ ਬਿਨਾ। ਮਨ ਹਰ ਕੇ ਨਾਮ ਕੀ ਮਹਿਮਾ ਊਚ। ਫਿਰ ਇਹ ਸੱਚੇ ਪਾਤਸ਼ਾਹ ਜੀ, ਮਨ ਸਰੀਰ ਜਿਹੜੀ ਦੇਹੀ ਹੈ ਕਿਵੇਂ ਸਾਫ਼ ਹੋਵੇਗੀ? ਕੀ ਇਹ ਸਦਾ ਹੀ ਪਵਿੱਤਰ ਨਹੀਂ ਹੁੰਦੀ? ਤੋ ਮਹਾਰਾਜ ਕਹਿੰਦੇ ਹੈ ਮੇਰੇ ਮਨ, ਜਿਹੜਾ ਨਾਮ ਹੈ ਨਾ, ਇਹਦੀ ਮਹਿਮਾ ਬੜੀ ਵੱਡੀ ਹੈ। ਨਾਮ ਦੀ ਸੰਸਾਰ ਉੱਪਰ ਬੜੀ ਵੱਡੀ ਵਡਿਆਈ ਹੈ। ਨਾਨਕ ਨਾਮ ਉਧਰੇ ਪਤਿਤ ਬਹੁ ਮੂਚ। ਨਾਮ ਦੀ ਮਹਿਮਾ ਵਡਿਆਈ ਵੱਡੀ ਕਿਉਂ ਹੈ? ਕਿਉਂਕਿ ਨਾਮ ਜਪਣ ਦੇ ਨਾਲ ਪਾਪੀ ਤੋਂ ਪਾਪੀ, ਨੀਚ ਤੋਂ ਨੀਚ, ਗਰਕੇ ਤੋਂ ਗਰਕੇ ਵੀ ਮੂਚ ਬਹੁਤੇ ਉਧਰੇ ਹਨ। ਪਤਿਤ ਬਹੁ ਮੂਚ, ਮੂਚ ਬਹੁਤਿਆਂ ਤੋਂ ਬਹੁਤੇ ਪਾਪੀ ਜਿਹੜੇ ਹੈ ਉਹ ਨਾਮ ਜਪ ਕੇ ਉਹਨਾਂ ਦਾ ਉਦਾਰਾ ਹੋਇਆ ਹੈ। ਸੰਸਾਰ ਅੰਦਰ ਨਾਮ ਸਾਧ ਸੰਗਤ ਸਾਰਿਆਂ ਤੋਂ ਸ਼੍ਰੇਸ਼ਟ ਹੈ। ਸਾਰੇ ਕੀਤੇ ਹੋਏ ਸਾਧਨ ਸਫਲੇ ਫੇਰ ਹਨ ਜੇ ਨਾਮ ਜਪਦੇ ਹੋ। ਇਸ਼ਨਾਨ ਕੀਤਾ ਦਾਤਨ ਕੁਰਲਾ, ਸਾਰੀ ਕਿਰਿਆ ਸਰੀਰ ਦੀ ਸੋਧੀ, ਪਰ ਸਰੀਰ ਸੁੱਚਾ ਨਹੀਂ। ਸਰੀਰ ਸੁੱਚਾ ਤਦ ਹੈ ਜਦੋਂ ਸਾਧ ਸੰਗਤ ਗੋਬਿੰਦ ਰਾਮ ਜਪੇਂਦਿਆਂ ਹੋਵਾ ਮੁਖ ਪਵਿੱਤਰ। ਨਾਮ ਵਾਹਿਗੁਰੂ 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 ਜਦੇ ਆਪ ਜਪੋਗੇ, ਫਿਰ ਖਾਲਸਾ ਜੀ ਆਪ ਜੀ ਦੇ ਇਸ਼ਨਾਨ ਕਿਰਿਆ ਸਾਰੀਆਂ ਕਿਰਿਆਵਾਂ ਲੇਖੇ ਵਿੱਚ ਹਨ। ਤੋ ਇਹ ਗੁਰੂ ਗਰੀਬ ਨਿਵਾਜ ਮਹਾਰਾਜ ਨੇ ਕਿਰਪਾ ਕੀਤੀ ਹੈ, ਸਾਨੂੰ ਇਹ ਸਮਝਾਉਣਾ ਕੀਤਾ ਕਿ ਇਕੱਲੇ ਸਰੀਰ ਦੀ ਸਫਾਈ ਜ਼ਰੂਰੀ ਨਹੀਂ, ਮਨ ਨੂੰ ਸਾਫ਼ ਕਰੀਏ। ਮਨ ਵਿੱਚੋਂ ਮੈਲ, ਹੰਗਤਾ, ਮਮਤਾ, ਤੇਰ ਮੇਰ, ਵਿਸ਼ੇ ਵਕਾਰ, ਚੋਰੀ ਯਾਰੀ, ਠੱਗੀ, ਧੋਖਾ, ਅਰ ਕਾਮ ਕ੍ਰੋਧ, ਲੋਭ ਮੋਹ ਹੰਕਾਰ, ਈਰਖਾ ਦਵੈਖ ਛੱਡੀਏ। ਜਿਵੇਂ ਸਰੀਰ ਨੂੰ ਅਸੀਂ ਮਲ ਮਲ ਕੇ ਧੋਦੇ ਹਾਂ, ਆਪਦੇ ਮਨ ਨੂੰ ਵੀ ਮਲ ਮਲ ਕੇ ਧੋਵੋ। ਉਹ ਕਿਵੇਂ ਧੋਣਾ? ਜਿਵੇਂ ਸਾਧ ਸੰਗਤ ਜੀ ਕੱਪੜਾ ਮੈਲਾ ਹੋ ਜਾਂਦਾ, ਉਹਨੂੰ ਆਪਾਂ ਪਾਣੀ ਪਾ ਕੇ ਸਾਬਣ ਲਾ ਕੇ ਸਾਫ਼ ਕਰੀਦਾ। ਤੇ ਉਸੇ ਤਰ੍ਹਾਂ ਹੀ ਜਦੋਂ ਮਨ ਮੈਲਾ ਹੋ ਜਾਂਦਾ, ਮਨ ਕੱਪੜਾ ਹੈ,
ਇਹਨੂੰ ਸਾਧ ਸੰਗੀ ਸੰਗਤ ਰੂਪੀ ਪਾਣੀ ਦੇ ਕੇ ਤੇ ਨਾਮ ਰੂਪੀ ਸਾਬਣ ਮਲਣਾ। ਜਦੋਂ ਕੱਪੜਾ ਮੈਲਾ ਹੁੰਦਾ ਕੱਪੜੇ ਨੂੰ ਅਸੀਂ ਪਾਣੀ ਪਾਉਣੇ ਆ, ਫਿਰ ਸਾਬਣ ਮਾਰ ਕੇ ਫਿਰ ਪਾਣੀ ਪਾਉਂਦੇ ਹਾਂ, ਉਹ ਉਜਲ ਹੋ ਜਾਂਦਾ ਹੈ, ਚਿੱਟਾ ਹੋ ਜਾਂਦਾ ਹੈ, ਸਾਫ਼ ਹੋ ਜਾਂਦਾ ਹੈ। ਉਸੇ ਤਰ੍ਹਾਂ ਇਹ ਮਨ ਨੂੰ ਕੱਪੜਾ ਜਾਣੋ। ਤੇ ਮੈਲ ਕਾਹਦੀ ਲੱਗੀ ਖਾਲਸਾ ਜੀ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਚੋਰੀ, ਯਾਰੀ, ਠੱਗੀ, ਇਹ ਮਨ ਦੇ ਰੂਪੀ ਕੱਪੜੇ ਤੇ ਦਾਗ ਲੱਗੇ ਹੋਏ ਆ। ਇਹ ਕਿਵੇਂ ਸੋਧਣੇ ਆ? ਕੱਪੜਾ ਕਿਵੇਂ ਸਾਫ਼ ਹੁੰਦਾ? ਪਾਣੀ ਸਾਬਣ ਨਾਲ। ਤੇ ਮਨ ਕਿਵੇਂ ਸਾਫ਼ ਹੁੰਦਾ? ਸੰਗਤ ਰੂਪੀ ਪਾਣੀ ਹੋਵੇ ਔਰ ਨਾਮ ਰੂਪੀ ਸਾਬਣ ਲਾਈਏ। ਇਹ ਮਨ ਰੂਪੀ ਕੱਪੜੇ ਨੂੰ ਸੰਗਤ ਵਿੱਚ ਭਿਉਂ ਕੇ ਨਾਮ ਰੂਪੀ ਸਾਬਣ ਲਾਓ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ। ਮਹਾਰਾਜ ਕਹਿੰਦੇ ਕੱਪੜਾ ਮੈਲਾ ਸਾਬਣ ਨਾਲ ਧੋਈਦਾ। ਤੋ ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜਦੋਂ ਮਨ ਪਾਪਾਂ ਨਾਲ ਭਰ ਜਾਵੇ, ਪਾਪਾਂ ਦੀ ਮੈਲ ਲੱਗਦੀ ਹੈ, ਉਹ ਧੋਪੈ ਨਾਵੈ ਕੈ ਰੰਗ, ਉਹ ਨਾਮ ਦੇ ਰੰਗ ਦੇ ਨਾਲ ਧੋਈ ਜਾਂਦੀ ਹੈ। ਤੋ ਮਹਾਰਾਜ ਕਿਰਪਾ ਕਰੇ ਅਸੀਂ ਆਪਣੇ ਮਨ ਦੀ ਮੈਲ ਜਿਹੜੀ ਆ ਉਹ ਸਤਿਗੁਰਾਂ ਦੀ ਬਾਣੀ ਪੜ੍ਹ ਪੜ੍ਹ ਕੇ ਮਨ ਦੀ ਮੈਲ ਉਤਾਰੀਏ। ਜਿਹੜੀ ਮੈਲ ਸਾਡੇ ਜੰਮਣ ਮਰਨ ਦਾ ਕਾਰਨ ਬਣੀ ਹੈ, ਉਹ ਮਨੁੱਖਾ ਜਨਮ ਤੋਂ ਛੁੱਟ ਬੇਅੰਤ ਜਨਮਾਂ ਦੀ ਪ੍ਰਾਪਤੀ ਇਹ ਮੈਲ ਕਰਾਉਂਦੀ ਹੈ, ਜਿਹੜੀ ਵਿਸ਼ੇ ਵਿਕਾਰਾਂ ਦੀ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿੰਜੇ ਮਰੈ। ਸਰਪ ਜੋਨ ਵਲ ਵਲ ਅਵਤਰੈ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿੰਜੇ ਮਰੈ। ਸੂਕਰ ਜੋਨ ਵਲ ਵਲ ਅਵਤਰੈ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿੰਜੇ ਮਰੈ। ਵੇਸਵਾ ਜੋਨ ਵਲ ਵਲ ਅਵਤਰੈ, ਅੰਤ ਕਾਲ ਜੋ ਮੰਦਿਰ ਸਿਮਰੈ, ਐਸੀ ਚਿੰਤਾ ਮਹਿੰਜੇ ਮਰੈ। ਪ੍ਰੇਤ ਜੋਨ ਵਲ ਵਲ ਅਵਤਰੈ। ਇਹ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਤੋ ਜੇ ਪਰਮੇਸ਼ਰ ਚੇਤੇ ਹੈ ਤੋ ਸਾਧ ਸੰਗਤ ਦੀ ਉਹਨੂੰ ਮੁਕਤੀ ਮਿਲਦੀ ਹੈ। ਇਹ ਮਹਾਰਾਜ ਦਾ ਉਪਦੇਸ਼ ਸਭ ਸੰਗਤ ਦੇ ਹਿਰਦੇ ਵਸੇ ਹੋਈਆਂ ਭੁੱਲਾਂ ਦੀ ਖਿਮਾ। ਗਰੀਬ ਨਵਾਜ ਆਪ ਦੇ ਦਰ ਹਾਜ਼ਰੇ ਪ੍ਰਵਾਨ ਕਰਨ, ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਤਿਤ ਬਹੁ ਮੂਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ